चौबोले महला पंजवा। एक ओंकार सतगुर प्रसाद सम्मन जाओ इस प्रेम की। सतगुरु अर्जन देव महाराज साहब श्री ਅੰਮ੍ਰਿਤਸਰ ਸਾਹਿਬ ਵਿੱਚ ਨਿਵਾਸ ਕਰਦੇ ਸਨ। ਇੱਥੇ ਬਸਦਿਆਂ ਤੋਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਵਕਤ ਨਿਵਾਸ ਕਰ ਰਹੇ ਸਨ, ਚਾਰ ਭਗਤਾਂ ਦਾ ਸੰਵਾਦ ਹੈ। ਇਹਦੇ ਚੌ ਬੋਲੇ, ਚੌਂ ਭਗਤਾਂ ਦੇ ਬੋਲ ਹਨ। ਇੱਕ ਮੂਸਨ ਤੇ ਸੰਮਨ ਤੇ ਜਮਾਲ ਤੇ ਪਤੰਗ। ਇਹ ਜਮਾਲ ਤੇ ਪਤੰਗ ਦੀ ਇਸ ਪ੍ਰਕਾਰ ਸਾਖੀ ਹੈ। ਲਾਹੌਰ ਵਿੱਚ ਇਹ ਪਤੰਗ ਜਿਹੜਾ ਸੀ ਦੁਕਾਨ ਕਰਦਾ ਸੀ। ਦੁਕਾਨ ਕਰਦੇ ਹੋਏ ਤੋਂ ਸਾਧ ਸੰਗਤ ਜੀ ਇਸ ਦੇ ਉੱਤੇ ਲੋਕਾਂ ਦਾ ਇੰਨਾ ਅਤਵਾਰ ਆ ਗਿਆ ਸੀ, ਲੋਕ ਇਹਦੇ ਪਾਸ ਆਪਣੀਆਂ ਅਮਾਨਤਾਂ ਰੱਖ ਜਾਇਆ ਕਰਦੇ ਤੇ ਸਹੀ ਸਲਾਮਤ ਦੇ ਪਾਸੋਂ ਅਮਾਨਤਾਂ ਉਹਨਾਂ ਨੂੰ ਲੋਕਾਂ ਨੂੰ ਮਿਲ ਜਾਇਆ ਕਰਦੀਆਂ। ਇੱਕ ਵਾਰੀ ਇਹ ਜਮਾਲ ਪਠਾਨ ਸੀ, ਹਾਕਮ ਸੀ। ਇਹ ਹਾਕਮ ਹੁੰਦਾ ਹੋਇਆ ਭਾਈ ਪਤੰਗ ਨੂੰ ਇਤਵਾਰ ਵਾਲਾ ਜਾਣ ਕੇ ਦੀ ਦੁਕਾਨ ਵਿੱਚ 800 ਮੋਹਰ ਰੱਖ ਗਿਆ। 800 ਮੋਹਰ ਰੱਖ ਕੇ 6 ਮਹੀਨੇ ਬਾਅਦ ਆਪਦੇ ਜਾਕਿਸਤਾਨ ਚੋਂ ਫਿਰਦਾ ਹੋਇਆ ਆਇਆ ਤੇ ਆ ਕੇ ਭਾਈ ਨੂੰ ਕਹਿਣ ਲੱਗਾ ਮੇਰੀ 800 ਮੋਹਰ ਦੇ। ਇਹਨੂੰ ਉਸ ਵੇਲੇ ਆਪਣੀਆਂ ਦੇਖੇ ਰੋਜ਼ਨਾਮ 'ਚ ਉਹਨਾਂ 'ਚ ਲਿਖਿਆ ਨਹੀਂ ਸੀ, ਬਹੀ ਤੇ ਚਾੜਿਆ ਨਹੀਂ ਸੀ ਤੇ ਥਾਂ ਵੇਖੇ ਕਿਤੇ ਨਾ ਮਿਲੇ। ਕਹਿਣ ਲੱਗੇ ਭਾਈ ਤਾਂ ਰੱਖੀ ਨਹੀਂ। ਇਹ ਕਹਿਣ ਲੱਗਾ ਜੇ ਮੈਂ ਨਾ ਰੱਖੀ ਨਹੀਂ ਮੰਗਦਾ ਕਿਵੇਂ? ਤੂੰ ਸਿੱਖ ਬਣ ਕੇ 800 ਮੋਹਰ ਦਾ ਲਾਲਚ ਕਰਦਾ ਹੈ। ਮੈਂ ਤੇਰੇ ਤੇ ਇਤਵਾਰ ਕੀਤਾ ਸੀ, ਇਹ ਤੈਂ ਕੀ ਕੀਤਾ? ਠੱਗੀ ਕੀਤੀ ਹੈ। ਮੈਂ ਤਾਂ ਪਾਤਸ਼ਾਹ ਦੇ ਪਾਸ, ਹਾਕਮ ਦੇ ਪਾਸ ਸ਼ਿਕਾਇਤ ਕਰਾਂਗਾ ਤੇਰੀ। ਉਸ ਵੇਲੇ ਮੈਜਿਸਟਰੇਟ ਦੇ ਪਾਸ ਸ਼ਿਕਾਇਤ ਕੀਤੀ। ਉਹ ਸ਼ਿਕਾਇਤ ਦੇ ਵਿੱਚ ਭਾਈ ਪਤੰਗ ਨੂੰ ਹਾਜ਼ਰ ਹੋਣਾ ਪਿਆ ਤੇ ਜਮਾਲ ਨੂੰ ਵੀ ਹਾਜ਼ਰ ਹੋਣਾ ਪਿਆ। ਉਹ ਸ਼ਿਕਾਇਤ ਕਰਨ ਤੋਂ 800 ਮੇਰੀ ਮੋਹਰ ਸੀ, ਮੈਂ ਇਹਦੇ ਕੋਲ ਧਰੋ ਰੱਖ ਕੇ ਗਿਆ ਸੀ। ਉਸ ਵੇਲੇ ਉਹਨੂੰ ਕਿਹਾ ਕਿ ਵੀ ਐਂ ਕਰੋ, ਤੇਲ ਦਾ ਕੜਾਹਾ ਤਪਾ ਲਓ ਤੇ ਹੱਥ ਦੋਵੇਂ ਪਾਓ, ਜਿਹੜਾ ਝੂਠਾ ਉਹਦਾ ਹੱਥ ਸੜ ਜੂ। ਇਸ ਵੇਲੇ ਤੁਰਕਾਂ ਦਾ ਉਹ ਨਿਆਂ ਹੁੰਦਾ ਸੀ ਉਹਨਾਂ ਦਾ। ਭਾਈ ਪਤੰਗ ਦਾ ਹੱਥ ਜਦੋਂ ਪਵਾਇਆ, ਪਤੰਗ ਦਾ ਹੱਥ ਸੜਿਆ ਹੀ ਨਾ ਤੇ ਜਮਾਲ ਦਾ ਹੱਥ ਸੜ ਗਿਆ। ਜਿਸ ਵੇਲੇ ਜਮਾਲ ਦਾ ਹੱਥ ਸੜ ਗਿਆ, ਬੜਾ ਹੈਰਾਨ ਹੋ ਗਿਆ। ਕਹਿਣ ਲੱਗਾ ਮੈਂ ਸੱਚਾ ਸੀ, ਮੇਰਾ ਹੱਥ ਸੜ ਗਿਆ ਤੇ ਜਿਹੜਾ ਝੂਠਾ ਸੀ ਇਹਦਾ ਹੱਥ ਨਹੀਂ ਸੜਿਆ। ਉਦੋਂ ਬਾਅਦ ਭਾਈ ਪਤੰਗ ਨੇ ਸੋਚਿਆ ਵੀ ਇਹ ਪਠਾਨ ਮੇਰੇ ਕੋਲੋਂ ਜੋ ਆ ਕੇ ਮੰਗੀ ਵੀ ਮੈਂ ਰੱਖ ਕੇ ਗਿਆ ਸੀ ਅਮਾਨਤ, ਵੇਖ ਤਾਂ ਲਵਾਂ ਮੈਂ। ਵੇਖਦਿਆਂ ਇੱਕ ਸਾਧ ਸੰਗਤ ਜੀ ਘੜੇ ਵਿੱਚ 800 ਮੋਹਰ ਉਵੇਂ ਥੈਲੀ ਬਣੀ ਬਣਾਈ ਪਈ ਸੀ ਤੇ ਲੈ ਕੇ ਪਤੰਗ ਭੱਜਿਆ ਜਮਾਲ ਦੇ ਕੋਲੇ। ਕਹਿੰਦਾ ਵੀ ਮੈਨੂੰ ਮਾਫ ਕਰ, ਤਾਂ ਲਿਖਾਈ ਨਹੀਂ ਸੀ, ਉਸ ਤਰ੍ਹਾਂ ਭੁੱਲ ਗਈ ਸੀ ਮੈਨੂੰ। 6 ਮਹੀਨੇ ਹੋ ਗਏ ਸੀ। ਆਹ ਤੇਰੀਆਂ ਮੋਹਰਾਂ ਵਾਲੀ ਉਸੇ ਤਰ੍ਹਾਂ ਇਹ ਆਪਣੀ ਬਾਂਸਲੀ ਹੈ, ਲੈ ਲਾ। ਉਹ ਕਹਿਣ ਲੱਗਾ ਵੀ ਮੈਂ ਨਹੀਂ ਲੈਣੀ ਹੁਣ ਤੇਥੋਂ, ਤੂੰ ਸਰਕਾਰ ਦੁਆਰ 'ਚ ਜਿਹੜਾ ਸੱਚਾ ਬਣ ਚੁੱਕਾ, ਮੈਂ ਤੇਥੋਂ ਕਿਵੇਂ ਲਵਾਂ? ਕਹਿੰਦਾ ਵੀ ਮੈਨੂੰ ਭੁੱਲ ਗਈ ਸੀ, ਮੈਂ ਕੋਈ ਲਾਲਚ ਤਾਂ ਕੀਤਾ ਹੀ ਨਹੀਂ ਸੀ। ਫਿਰ ਇਹ ਕਹਿਣ ਲੱਗਾ ਕਾਰਨ ਕੀ ਹੈ? ਤੇਰਾ ਪੀਰ ਕੌਣ ਹੈ ਜਿਹਨੇ ਤੇਰਾ ਹੱਥ ਨਹੀਂ ਸੜਨ ਦਿੱਤਾ? ਇਹਨੇ ਕਿਹਾ ਮੈਂ ਤਾਂ ਗੁਰੂ ਅਰਜਨ ਸਾਹਿਬ ਦਾ ਸਿੱਖ ਹਾਂ। ਚੰਗਾ, ਕਹਿੰਦਾ ਮੈਨੂੰ ਉਹਨਾਂ ਦੇ ਪਾਸ ਲੈ ਚੱਲ। ਗੁਰੂ ਅਰਜਨ ਸਾਹਿਬ ਦੇ ਪਾਸ ਆਇਆ ਜਮਾਲ ਤੇ ਪਤੰਗ। ਇਹ ਜਮਾਲ ਨੇ ਉਸ ਵੇਲੇ ਕਿਹਾ ਮਹਾਰਾਜ ਆਪ ਸਤਿਗੁਰੂ ਹੋ, ਮੈਂ ਸੀ ਸੱਚਾ, ਮੇਰੀਆਂ ਮੋਹਰਾਂ ਰੱਖੀਆਂ ਸੀ ਤੇ ਸਿੱਖ ਨੂੰ ਤੁਸੀਂ ਬਚਾ ਲਿਆ, ਹੱਥ ਸੜ ਨਹੀਂ ਦਿੱਤਾ ਤੇ ਮੇਰਾ ਮਾਰਾ ਹੱਥ ਸੜ ਗਿਆ। ਮਹਾਰਾਜ ਕਹਿੰਦੇ ਤੇਰਾ ਯਕੀਨ ਕਿਸੇ ਤੇ ਨਹੀਂ ਸੀ, ਤੂੰ ਆਪਣਿਆਂ ਪੀਰਾਂ ਫਕੀਰਾਂ ਨੂੰ ਬਥੇਰਿਆਂ ਨੂੰ ਮਨਾਇਆ ਸੀ ਪਰ ਕਿਸੇ ਨੇ ਤੇਰੀ ਰੱਖਿਆ ਨਹੀਂ ਕੀਤੀ, ਤੇਰਾ ਹੱਥ ਸੜ ਗਿਆ। ਇਹ ਸਿੱਖ ਦੇ ਅੰਦਰ ਲਾਲਚ ਨਹੀਂ ਸੀ, ਭਾਈ ਪਤੰਗ ਦੇ ਅੰਦਰ ਇਸ ਨੇ ਸਾਡੀ ਆਰਾਧਨਾ ਕੀਤੀ ਸੀ, ਅਸੀਂ ਇਹਦਾ ਹੱਥ ਨਹੀਂ ਸੜਨ ਦਿੱਤਾ। ਫਿਰ ਉਸ ਵੇਲੇ ਮਹਾਰਾਜ ਦਾ ਪ੍ਰਤਾਪ ਦੇਖ ਕੇ ਜਮਾਲ ਸਤਿਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ। ਇਉਂ ਇਹਨਾਂ ਨੂੰ ਉਪਦੇਸ਼ ਦਿੱਤਾ ਸੀ ਫਿਰ ਮਹਾਰਾਜ ਨੇ, ਪਤੰਗ ਨੂੰ ਤੇ ਜਮਾਲ ਨੂੰ। ਇਹ ਦੋਵੇਂ ਸਿੱਖ ਬਣੇ ਸੀ ਮਹਾਰਾਜ ਸਾਹਿਬ ਦੇ। ਇਸੇ ਪ੍ਰਕਾਰ ਇਹਨੇ ਫਿਰ 800 ਮੋਹਰ ਮਹਾਰਾਜ ਦੀ ਭੇਟਾ ਕੀਤੀ। ਮਹਾਰਾਜ ਕਹਿਣ ਲੱਗੇ ਨਾ ਅਸੀਂ ਤੇਰੀ ਮੋਹਰ ਨਹੀਂ ਲੈਣੀ। ਇਹ ਪਤੰਗ ਨੂੰ ਵੀ ਚੇਤਾ ਹੀ ਭੁੱਲ ਗਿਆ ਸੀ ਰੱਖੀ ਅਮਾਨਤ ਦਾ। ਇਹ ਸਿੱਖ ਦੇ ਅੰਦਰ ਲਾਲਚ ਨਹੀਂ, ਤੂੰ ਲੈ ਲਾ ਮੋਹਰਾਂ। ਹੁਣ ਸਾਧ ਸੰਗਤ ਜੀ ਗੁਰੂ ਸਾਹਿਬ ਦਾ ਬਚਨ ਮੰਨ ਕੇ ਲੈ ਕੇ ਮੋਹਰਾਂ ਹਰਿਮੰਦਰ ਸਾਹਿਬ 'ਚ ਹੀ ਟੇਕ ਦਿੱਤੀਆਂ ਸੀ। ਇਸ ਪ੍ਰਕਾਰ ਉਹ ਜਮਾਲ ਗੁਰੂ ਸਾਹਿਬ ਦਾ ਸਿੱਖ ਬਣਿਆ ਸੀ ਤੇ ਭਾਈ ਪਤੰਗ ਜਿਹੜਾ ਸੀ ਬੜਾ ਇਮਾਨਦਾਰ ਸੀ। ਇਸੇ ਪ੍ਰਕਾਰ ਸ਼ਾਹਬਾਜ਼ਪੁਰੇ ਦੇ ਸੰਮਣ ਪੁੱਤਰ ਸੀ ਤੇ ਮੂਸਨ ਪਿਤਾ ਸੀ। ਇਹ ਬਹੁਤ ਗਰੀਬੀ ਨੇ ਤੰਗ ਕਰ ਦਿੱਤੇ। ਇਹ ਆ ਕੇ ਲਾਹੌਰ ਦੇ ਵਿੱਚ ਇੱਕ ਸ਼ਾਹੂਕਾਰ ਦੇ ਨੌਕਰ ਰਹਿ ਪਏ। ਨੌਕਰ ਰਹਿ ਕੇ ਲੀੜਾ ਤੇ ਕੱਪੜਾ ਸ਼ਾਹੂਕਾਰ ਦੇ ਨਾਲ ਸੀ। ਜਿਹੜੀ ਨੌਕਰੀ ਸੀ ਇਹ ਸ਼ਾਹੂਕਾਰ ਦੇ ਕੋਲੇ ਜਮ੍ਹਾਂ ਕਰੀ ਜਾਂਦੇ ਸੀ। ਜਿਸ ਵੇਲੇ ਜਮ੍ਹਾਂ ਕਰ ਜਾਂਦਾ 500 ਰੁਪਇਆ ਇਹਨਾਂ ਦਾ ਹੋ ਗਿਆ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਾਹੌਰ ਵਿੱਚ ਚਰਨ ਪਾਏ। ਉਸ ਵੇਲੇ ਸਿੱਖਾਂ ਨੇ ਲੰਗਰ ਗੁਰੂ ਸਾਹਿਬ ਵਾਸਤੇ ਕੀਤੇ। ਇਹਨਾਂ ਦੇ ਅੰਦਰ ਵੀ ਚਾਅ ਆਇਆ ਵੀ ਸਾਡੇ ਕੋਲ 500 ਰੁਪਇਆ ਹੋ ਗਿਆ, ਹੁਣ ਗੁਰੂ ਸਾਹਿਬ ਸੰਗਤਾਂ ਸਮੇਤ ਆਏ ਹੈ, ਸਤਿਗੁਰਾਂ ਦਾ ਅਸੀਂ ਲੰਗਰ ਕਰੀਏ। ਸ਼ਾਹੂਕਾਰ ਨੂੰ ਕਹਿਣ ਲੱਗੇ, ਹੈ ਸ਼ਾਹੂਕਾਰ, ਜਿਹੜੇ ਤੇਰੇ ਕੋਲੇ 500 ਰੁਪਇਆ ਸਾਡਾ ਪਿਆ ਹੈ, ਉਹ ਜੇ ਤੂੰ ਦੇਵੇਂ ਤਾਂ ਅਸੀਂ ਗੁਰੂ ਸਾਹਿਬ ਵਾਸਤੇ ਲੰਗਰ ਕਰਨਾ ਚਾਹੁੰਦੇ ਹਾਂ। ਰੋਟੀ ਲੀੜਾ ਤੇਰੇ ਨਾਲ ਹੀ ਆ, ਸਾਨੂੰ ਸੰਸਾ ਹੀ ਨਹੀਂ ਕੋਈ। ਸੁਣ ਕੇ ਕਹਿਣ ਲੱਗਾ, ਮਹਾਰਾਜ ਤੁਹਾਡੀ ਅਮਾਨਤ ਭਾਵੇਂ ਕਦੇ ਲੈ ਲਓ। ਇਹ ਸੁਣ ਕੇ ਇਹਨਾਂ ਸਿੱਖਾਂ ਨੇ ਹਲਵਾਈ ਨੂੰ ਕਹਿ ਦਿੱਤਾ ਕਿ ਤੁਸੀਂ ਭਾਈ ਮਠਿਆਈ ਬਣਾਓ, ਮਹਾਰਾਜ ਲੰਗਰ ਕਰਨਾ। ਇਹ ਮਠਿਆਈ ਬਣਾਉਣ ਵਾਲੀ ਉਹ ਹਲਵਾਈ ਲਿਆਂਦਾ, ਇੱਕ ਚੰਦੂ ਦਾ ਮਿੱਤਰ ਸੀ। ਉਹ ਸ਼ਾਹੂਕਾਰ ਨੂੰ ਕਹਿਣ ਲੱਗਾ, ਤੈਨੂੰ ਪਤਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਹਿਬ ਜੀ ਨੇ ਨਾਤਾ ਚੰਦੂ ਦਾ ਮੋੜਤਾ ਸੀ, ਉਹ ਤੈਨੂੰ ਕੈਦ ਕਰਾ ਦੂਗਾ, ਵੇਖ ਲਾ ਅੱਜ ਉਹਦਾ ਜ਼ੋਰ ਹੈ। ਇਹ ਗੱਲ ਸੁਣ ਕੇ ਸ਼ਾਹੂਕਾਰ ਡਰ ਗਿਆ। ਸਿੱਖਾਂ ਦੀ ਜਿਹੜੀ ਅਮਾਨਤ ਰੱਖੀ ਹੋਈ ਸੀ ਉਹ ਜਵਾਬ ਦੇ ਦਿੱਤਾ, ਕਹਿੰਦੇ ਕੰਗਾਲੋ ਮੈਂ ਤੁਹਾਡਾ ਕੀ ਦੇਣਾ। ਇਹ ਜਦੋਂ ਜਵਾਬ ਦੇ ਦਿੱਤਾ, ਉਧਰ ਹਲਵਾਈ ਨੂੰ ਕਹਿ ਆਏ ਸੀ, ਘਰ 'ਚ ਸਾਰੀ ਤਿਆਰੀ ਸੀ, ਗੁਰੂ ਸਾਹਿਬ ਨੂੰ ਨਿਉਂਦਾ ਦੇ ਆਏ ਸੀ, ਬੇਨਤੀ ਕਰ ਆਏ ਸੀ। ਉਸ ਵਕਤ ਸਤਿਗੁਰੂ ਮਹਾਰਾਜ ਸਾਹਿਬ ਸੰਗਤਾਂ ਸਮੇਤ ਸਵੇਰੇ ਆਉਣਾ ਸੀ। ਇਹਨਾਂ ਨੇ ਕਿਹਾ ਵੀ ਆਪਾਂ ਚੋਰੀ ਤਾਂ ਕਰਨੀ ਮਾੜੀ ਹੈ, ਪਰ ਆਪਦੀ ਚੀਜ਼ ਲਿਆਉਣੀ ਹੈ। ਇਸ ਖਿਆਲ ਨੂੰ ਲੈ ਕੇ ਇਹ ਸੰਮਣ ਤੇ ਮੂਸਨ ਪਿਓ ਤੇ ਪੁੱਤ ਜਿਸ ਵੇਲੇ ਰਾਤ ਹੋ ਗਈ, ਉਸ ਵੇਲੇ ਸਾਧ ਸੰਗਤ ਜੀ ਇਹ ਸ਼ਾਹੂਕਾਰ ਜਿਸ ਦੇ ਘਰ ਨੌਕਰੀ ਕਰਦੇ ਸੀ, 500 ਰੁਪਇਆ ਜਿਹਦੇ ਕੋਲੇ ਇਹਨਾਂ ਦਾ ਇਕੱਠਾ ਹੋਇਆ ਸੀ, ਇਹ ਸਿੱਖ ਉਸ ਵੇਲੇ ਮੋਗੇ ਥਾਣੀ ਉਤਰ ਕੇ ਭਾਈ ਸੰਮਣ ਨੇ ਜਿਹੜਾ ਪੁੱਤਰ ਸੀ, ਪਿਤਾ ਮੂਸਨ ਸੀ, ਇਹਨੂੰ ਉਤਰ ਕੇ 500 ਰੁਪਇਆ ਜਿਹੜਾ ਸੀ ਉਹ ਸਾਧ ਸੰਗਤ ਜੀ ਆਪਣਾ ਇੱਕ ਬਾਂਸਲੀ 'ਚ ਪਿਆ ਹੋਇਆ ਗਿਣ ਕੇ ਰੱਖਿਆ ਹੋਇਆ ਸੀ, ਉਹੋ ਹੀ ਚੱਕ ਲਿਆ। ਚੱਕ ਕਰਕੇ ਉਸ ਵਕਤ ਪਿਤਾ ਨੂੰ ਫੜਾਤਾ ਉਤੋਂ ਦੀ ਮੋਗੇ ਦੇ ਵਿੱਚ ਹੀ ਫੜਾ ਕੇ ਜੋ ਚੜ੍ਹਨ ਲੱਗਾ, ਖੁਸ਼ੀ 'ਚ ਫੁੱਲ ਗਿਆ ਸੀਰ ਵੀ ਗੁਰੂ ਸਾਹਿਬ ਅਸੀਂ ਹੁਣ ਲੰਗਰ ਕਰ ਸਕਾਂਗੇ। ਉਸ ਵੇਲੇ ਸਿਰੇ ਦਾ ਨਿਕਲੇ ਨਾ ਮੋਗਾ ਭੀੜਾ ਸੀ। ਅਖੀਰ ਫਿਰ ਸੰਮਣ ਨੇ ਪਿਤਾ ਨੂੰ ਕਿਹਾ ਕਿ ਪਿਤਾ, ਕਹਿਣਗੇ ਲੋਕ ਸਿੱਖ ਚੋਰੀ ਕਰਦੇ ਸੀ, ਭਾਵੇਂ ਅਸੀਂ ਆਪਦੀ ਅਮਾਨਤ ਹੀ ਲਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਪਟਿਆਲੇ ਬਾਬਾ ਮੋਹਰ ਸਿੰਘ ਦੇ ਡੇਰੇ 'ਚ ਉਠਾਨਕਾ ਲਿਖਤ ਦੀ ਪਈ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਕਥਾ ਆਉਂਦੀ ਹੈ। ਜਿਹੜਾ ਸਿੱਖਾਂ ਨੂੰ ਚੋਰੀ ਕਰਨਾ ਕਹਿਣਾ ਇਹ ਕਿੱਡੀ ਗਲਤੀ ਦੀ ਗੱਲ ਹੈ, ਕਿਉਂਕਿ ਗੁਰੂ ਮਹਾਰਾਜ ਸਾਹਿਬ ਦਾ ਬਚਨ ਹੈ, ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਉਸ ਵਿੱਚ ਪੋਥੀ ਵਿੱਚ ਨਾਨਕ ਪ੍ਰਕਾਸ਼ ਜੀ ਦੀ ਪੋਥੀ ਹੈ, ਉਸ ਦੇ ਵਿੱਚ ਉਠਾਨਕਾ 'ਚ ਲਿਖਿਆ। ਸੰਤਾਂ ਦੇ ਪਾਸ ਉਹ 6-7 ਸਾਲ ਰਹੀ ਸੀ, ਦਾਸ ਨੂੰ ਉਠਾਨਕਾ ਪੜ੍ਹੀ ਸੀ, ਉਸ ਵਿੱਚ ਇਹ ਉਠਾਨਕਾ ਲਿਖੀ ਹੋਈ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਫਿਰ ਭਾਈ ਸੰਮਣ ਦਾ ਸਿਰ ਭਾਈ ਮੂਸਨ ਨੇ ਕੱਟ ਲਿਆ ਤੇ ਧੜ ਥੱਲੇ ਡਿੱਗ ਪਿਆ। ਸ਼ਾਹੂਕਾਰ ਜਾ ਕੇ ਡਰਿਆ ਵੀ ਧੜ ਮੇਰੇ ਘਰ ਸਿਰਤੀ ਕਿਸੇ ਨੇ। ਉਸ ਵੇਲੇ ਭਾਈ ਮੂਸਨ ਨੂੰ ਬੁਲਾ ਕਹਿਣ ਲੱਗਾ, ਭਾਈ ਮੂਸਨਾ, ਮੈਂ ਤੇਰਾ ਵੀ 500 ਰੁਪਈਆ ਵਾਪਸ ਕਰਦਾ ਹੈ ਅਤੇ 500 ਰੁਪਈਆ ਹੋਰ ਲੈ ਲਾ, ਆਹ ਧੜ ਨੂੰ ਕਿਤੇ ਲੁਕੋ ਦੇ। ਮੂਸਨ ਕਹਿਣ ਲੱਗਾ, ਕੋਈ ਨਹੀਂ, ਸਾਡੀ ਚੀਜ਼ ਸਾਡੇ ਕੋਲੇ ਆ ਗਈ ਹੈ, ਅਸੀਂ 500 ਹੋਰ ਨਹੀਂ ਲੈਣਾ ਤੇਰੇ ਪਾਸੋਂ। ਉਹ ਧੜ ਨੂੰ ਚੱਕ ਕੇ ਲਿਆ ਕੇ ਭਾਈ ਮੂਸਨ ਨੇ ਚੁਬਾਰੇ 'ਚ ਸਿਰ ਰੱਖਿਆ ਸੀ ਜਿੱਥੇ ਪੁੱਤਰ ਦਾ, ਉੱਥੇ ਧੜ ਦੇ ਨਾਲ ਸਿਰ ਜੋੜ ਕੇ ਰੱਖ ਦਿੱਤਾ। ਜਿਸ ਵੇਲੇ ਜੋੜ ਕੇ ਰੱਖ ਦਿੱਤਾ ਧੜ ਸਾਰੀ, ਤੇ ਲੰਗਰ ਕੀਤਾ ਤਿਆਰ ਕਰਕੇ ਸਵੇਰੇ ਮਹਾਰਾਜ ਸਾਹਿਬ ਨੂੰ ਸੰਗਤਾਂ ਸਮੇਤ ਲੈ ਆਇਆ। ਸਤਿਗੁਰੂ ਜੀ ਕੀਰਤਨ ਕਰਦੇ ਹੋਏ ਸੰਗਤਾਂ ਸਮੇਤ ਜਦੋਂ ਆ ਕੇ ਘਰ ਦੇ ਪੰਗਤ ਲਾਈ, ਉਸ ਵੇਲੇ ਪੁੱਛਿਆ ਸਾਧ ਸੰਗਤ ਜੀ ਕਿ ਭਾਈ ਸੰਮਣ ਕਿੱਥੇ ਤੇਰਾ ਪੁੱਤਰ। ਕਹਿਣ ਲੱਗਾ, ਮਹਾਰਾਜ ਉਹ ਸਾਰੀ ਰਾਤ ਦਾ ਆਲਸ ਦਾ ਭਰਿਆ ਹੋਇਆ ਸੁੱਤਾ ਪਿਆ। ਮਹਾਰਾਜ ਕਹਿੰਦੇ ਜਗਾ ਕੇ ਲਿਆ ਤਾਂ ਪ੍ਰਸ਼ਾਦ ਛਕਾਂਗੇ। ਭਾਈ ਸੰਮਣ ਨੇ ਕਿਹਾ ਕਿ ਮਹਾਰਾਜ ਉਹ ਮੇਰਾ ਜਗਾਇਆ ਨਹੀਂ ਜਾਗਣਾ, ਆਪਦੀ ਆਵਾਜ਼ ਨਾਲ ਜਾਗੇਗਾ। ਸਤਿਗੁਰੂ ਸਾਹਿਬ ਨੇ ਆਵਾਜ਼ ਦਿੱਤੀ ਕਿ ਹੇ ਸੰਮਣਾ, ਆਪ ਹੀ ਪ੍ਰਸ਼ਾਦ ਛਕੀਏ, ਤੇਰਾ ਪਿਤਾ ਵਰਤਾ ਰਿਹਾ। ਸੁਣ ਕੇ ਸਾਧ ਸਿੰਘ ਜਿਉਂਦਾ ਹੋ ਗਿਆ ਉਹ ਜਿਹੜਾ ਸੀ, ਤੇ ਮਹਾਰਾਜ ਸਾਹਿਬ ਦੇ ਚਰਨਾਂ 'ਚ ਚੱਲ ਕੇ ਆ ਗਿਆ ਸੀ। ਇਸ ਪ੍ਰਕਾਰ ਇਹਨਾਂ ਦਾ ਪ੍ਰਸਾਦ ਛਕਿਆ ਸੀ ਤੇ ਸੰਗਤਾਂ ਦੇ ਅੰਦਰ ਗੁਰੂ ਸਾਹਿਬ ਜੀ ਨੇ ਨਾ ਸਿੱਖਾਂ ਦਾ ਜਸ ਸੰਗਤਾਂ 'ਚ ਫੈਲਾਇਆ ਸੀ। ਇੱਕ ਜਿਹੜੀ ਗੋਬਿੰਦਾਸ ਦੇ ਪ੍ਰਿਆ ਹੈ ਉਹਦੇ ਵਿੱਚ ਇਉਂ ਲਿਖਿਆ ਹੋਇਆ ਹੈ ਕਿ ਭਾਈ ਮੂਸਨ ਨੇ ਧੜ ਪੁੱਤਰ ਦਾ ਬਾਹਰ ਕੰਧ ਤੋਂ ਸਿੱਟਦਾ ਸੀ ਤੇ ਉੱਥੋਂ ਉੱਡ ਕੇ ਧੜ ਸਿੱਖ ਦੇ ਘਰ ਜਿੱਥੇ ਸਿਰ ਪਿਆ ਸੀ ਜੁੜ ਕੇ ਜਿਉਂਦਾ ਹੋ ਕੇ ਮਹਾਰਾਜ ਦੇ ਚਰਨਾਂ 'ਚ ਆ ਕੇ ਪਿਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਗਰੀਬ ਨਵਾਜ ਜੀ ਨੇ ਇਹਨੂੰ ਸਰਜੀਤ ਕੀਤਾ, ਜਿਉਂਦਾ ਕੀਤਾ ਤੇ ਉਸ ਵੇਲੇ ਇਹਨਾਂ ਸਿੱਖਾਂ ਨੂੰ ਨਿਹਾਲ ਕਰਨ ਵਾਸਤੇ ਪਵਿੱਤਰ ਸ਼ਬਦ ਉਚਾਰਨ ਕੀਤੇ ਹੈ। ਇਹ ਚੋਰੀ ਨਹੀਂ ਸਿੱਖਾਂ ਨੇ ਕੀਤੀ ਸੀ, ਆਪ ਦਾ ਜਿਹੜਾ ਪਦਾਰਥ ਸੀ ਸ਼ਾਹੂਕਾਰ ਨੇ
ਡਰਦੇ ਨੇ ਚੰਦੂ ਤੋਂ ਮੁੱਕਰ ਗਿਆ ਸੀ। ਉਹ ਮੋਗੇ ਥਾਂ 500 ਰੁਪਇਆ ਲਿਆਂਦਾ ਸੀ, ਹੋਰ ਕੋਈ ਲਾਲਚ ਨਹੀਂ ਸੀ ਕੀਤਾ। ਇਉਂ ਇਹ ਸਿੱਖਾਂ ਨੇ ਸੇਵਾ ਕੀਤੀ ਸੀ। 4 ਬੋਲੇ ਛੰਦ ਦਾ ਨਾਮ ਵੀ ਹੈ, 4 ਭਗਤ ਬੋਲੇ ਹੈ। ਇਹ ਬਾਣੀ ਇਸ ਭਗਤਾਂ ਦੀ 4 ਬੋਲੇ ਹੈ। ਇਹ 4 ਭਗਤਾਂ ਨੂੰ ਮਹਾਰਾਜ ਉਪਦੇਸ਼ ਦਿੰਦੇ ਹੈ। ਜਾਂ ਤਾਂ ਸੰਮਣ ਨੂੰ ਮੂਸਨ ਕਹਿੰਦਾ ਹੈ, ਮੂਸਨ ਸੰਮਣ ਨੂੰ ਕਹਿੰਦਾ ਹੈ, ਤੇ ਜਮਾਲ ਪਤੰਗ ਨੂੰ ਕਹਿੰਦਾ ਹੈ, ਪਤੰਗ ਜਮਾਲ ਨੂੰ ਕਹਿੰਦਾ ਹੈ। ਜਾਂ 4 ਨੂੰ ਗੁਰੂ ਸਾਹਿਬ ਜੀ ਆਪ ਹੀ ਉਪਦੇਸ਼ ਦਿੰਦੇ ਹਨ। ਇਸ ਪ੍ਰਕਾਰ ਇਹ ਸਮਝਣਾ 4 ਬੋਲੇ ਬਾਣੀ ਦਾ ਨਾਮ ਹੈ। ਸੋ 5ਵੇਂ ਪਾਤਸ਼ਾਹ ਉਚਾਰਨ ਕਰਦੇ, ਇੱਕ ਅਦਵੈਤ ਰੂਪ ਪਰਮੇਸ਼ਰ ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਸੰਮਨ ਜਾਓ ਇਸ ਪ੍ਰੇਮ ਕੀ। ਪਿਤਾ ਮੂਸਨ ਕਹਿੰਦਾ ਹੈ, ਹੇ ਸੰਮਨ, ਹੇ ਸ੍ਰੇਸ਼ਟ ਮਨ ਵਾਲੇ ਪੁੱਤਰ, ਜਾਓ ਇਸ ਪ੍ਰੇਮ ਕੀ, ਜੇ ਇਸ ਪ੍ਰੇਮ ਦੀ ਦਮ ਕਿਉ ਹੋਤੀ ਸਾਥ। ਜੇ ਕਰਕੇ ਦਮੜੇ ਹੀ ਕੁਝ ਸੱਟ ਹੁੰਦੀ, ਵੱਟਾ ਹੁੰਦਾ। ਜੇ ਦਮੜਿਆਂ ਦੇ ਵੱਟੇ ਹੀ ਭਾਈ ਇਹ ਪ੍ਰੇਮ ਵਾਹਿਗੁਰੂ ਦਾ ਮਿਲ ਜਾਂਦਾ। ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਹੇ ਭਾਈ ਸੰਮਣ ਜੀ, ਸ੍ਰੇਸ਼ਟ ਮਨ ਵਾਲੇ, ਜੇ ਕੋਈ ਇਸ ਪ੍ਰੇਮ ਦੀ ਦਮੜੇ ਹੀ ਸੱਟ ਹੁੰਦਾ, ਵੱਟਾ ਹੁੰਦਾ, ਇਹ ਦਮੜਿਆਂ ਦੇ ਵੱਟੇ ਹੀ ਮਿਲ ਜਾਂਦਾ ਪ੍ਰੇਮ। ਰਾਵਣ ਹੁਤੇ ਸੋ ਰੰਕ। ਰਾਵਣ ਦੇਖ ਲਾ ਸਵੇਨੇ ਦੀ ਲੰਕਾ ਵਾਲਾ ਸੀ, ਕੋਈ ਕੰਗਾਲ ਤਾਂ ਹੈ ਹੀ ਨਹੀਂ ਸੀ। ਜਿਨ ਸਿਰ ਦੀਨੇ ਕਾ। ਸ਼ਿਵ ਜੀ ਨੂੰ ਸਿਰ ਉਹਨ ਕੱਟ ਕੱਟ ਕੇ ਭੇਟਾ ਕੀਤੇ ਸਨ। ਸ਼ਿਵ ਜੀ ਦੀ ਪ੍ਰਸੰਨਤਾ ਵਾਸਤੇ ਆਪਣੇ ਗੁਰਾਂ ਦੀ ਸਿਰ ਕੱਟ ਕੇ ਹੀ ਪਈ। ਸਿਰ ਦੇ ਵੱਟੇ ਹੀ ਪਰਮੇਸ਼ਰ ਦਾ ਪ੍ਰੇਮ ਮਿਲਦਾ ਹੈ, ਪੈਸਿਆਂ ਦੇ ਵੱਟੇ ਨਹੀਂ ਮਿਲਦਾ। 5 ਪਿਆਰਿਆਂ ਨੂੰ ਵੀ ਸੀ ਗੁਰੂ ਕਲਗੀਧਰ ਦੇ ਅੱਗੇ ਭੇਟਾ ਕੀਤੇ ਸਨ। ਇਸੇ ਪ੍ਰਕਾਰ ਹੈ ਭਾਈ ਸੰਮਣ ਜੀ, ਜੇ ਕੋਈ ਇਹ ਪ੍ਰੇਮ ਦੀ ਸੱਟ ਅੰਦਰੋਂ ਦਮ ਕੇ ਆਵੇ ਨਾ, ਅੰਦਰੋਂ ਪ੍ਰਕਾਸ਼ ਆਵੇ, ਲਸ਼ਕ ਆਵੇ। ਦਮ ਕਿਉ ਰਾਵਣ ਹੁਤੇ ਸੋ ਰੰਕ। ਉਹ ਸਾਧ ਸਿੰਘਾਂ ਦੇ ਪ੍ਰੇਮ ਦੀ ਸੱਟ ਜਿਹੜੀ ਹੈ ਦਮ ਕੇ ਆਉਂਦੀ ਹੈ। ਪ੍ਰੇਮ ਜਿਨ੍ਹਾਂ ਦੇ ਅੰਦਰ ਸਾਧ ਸੰਗਤ ਜੀ ਇੱਕ ਰਸ ਚਮਕ ਆਉਂਦਾ ਜਿਨ੍ਹਾਂ ਦੇ ਅੰਦਰ। ਰਾਵਣ ਹੁਤੇ ਸੋ ਰੰਕ ਨਹਿ। ਉਹ ਰਾਵਣ ਈਸ਼ਰ ਰੂਪ ਹੋ ਗਏ, ਬ੍ਰਹਮ ਰੂਪ ਹੋ ਗਏ, ਰੰਗ ਕੰਗਾਲ ਜੀਵ ਨਹੀਂ ਫੇਰ ਰਹੇ ਹਨ। ਜਿਨ ਸਿਰ ਦੀਨੇ ਕਾ। ਜਿਨ੍ਹਾਂ ਨੇ ਸਿਰ ਆਪਦਾ ਹੰਕਾਰ ਕੱਢ ਦਿੱਤਾ ਹੈ। ਪ੍ਰੀਤ ਪ੍ਰੇਮ ਤਨ ਖਚ ਰਹਿਆ। ਵਾਹਿਗੁਰੂ ਦੀ ਪ੍ਰੀਤੀ 'ਚ ਤੇ ਜਿਨ੍ਹਾਂ ਦਾ ਪ੍ਰੀਤੀ ਵਿੱਚ ਪ੍ਰੇਮ ਖਚਿਤ ਹੋ ਰਿਹਾ ਮਨ, ਜਿਨ੍ਹਾਂ ਦਾ ਮਨ ਵਾਹਿਗੁਰੂ ਦੀ ਪ੍ਰੀਤੀ ਦੇ ਪ੍ਰੇਮ ਵਿੱਚ ਖਚਿਤ ਹੋ ਰਿਹਾ, ਮਨ ਕਰਕੇ ਵੀ ਪ੍ਰੀਤ ਹੈ, ਬਾਣੀ ਕਰਕੇ ਵੀ ਤਨ ਖਚਿਤ ਹੋ ਰਿਹਾ ਹੈ, ਤੇ ਸਰੀਰ ਕਰਕੇ ਮਨ ਕਰਕੇ ਵੀ ਪ੍ਰੀਤੀ ਹੈ, ਤਨ ਵੀ ਪ੍ਰੇਮ 'ਚ ਖਚਿਤ ਹੋ ਰਿਹਾ ਹੈ, ਲਵਲੀਨ ਹੋ ਰਿਹਾ ਹੈ। ਬੀਚ ਨਾ ਰਾਈ ਹੋ। ਉਹ ਵਾਹਿਗੁਰੂ ਨਾਲ ਮਿਲ ਕਰਕੇ ਸਾਜ ਕਹੋ ਸੁਣ ਲਿਓ, ਸਭੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ। ਬੀਜ ਪੜਦਾ ਰਾਈ ਦੇ ਦਾਣੇ ਜਿੰਨਾ ਨਹੀਂ ਹੁੰਦਾ, ਰਤੀ ਜਿਵੇਂ ਇੱਕੋ ਹੀ ਰੂਪ ਹੋ ਜਾਂਦੇ ਹਨ ਉਹ ਮਿਲ ਕੇ। ਚਰਨ ਕਮਲ ਮਨ ਬੇਧੇ। ਜਿਨ੍ਹਾਂ ਦਾ ਭਾਈ ਚਰਨਾਂ ਕਮਲਾਂ 'ਚ ਮਨ ਬਿੰਨਿਆ ਗਿਆ ਹੈ, ਪ੍ਰੇਮ ਦੇ ਵਿੱਚ ਲਿਵਲੀਨ ਹੋ ਗਿਆ ਹੈ। ਪੂਜਨ ਸੁਰਤ ਸੰਜੋਗ। ਜਿਨ੍ਹਾਂ ਦੀ ਸੁਰਤ ਦਾ ਮਹਾਰਾਜ ਦੇ ਨਾਮ ਨਾਲ ਸੰਯੋਗ ਹੋਇਆ, ਉਹ ਇਸ ਗੱਲ ਨੂੰ ਬੁੱਝਣਗੇ, ਦੂਆਂ ਨੂੰ ਨਹੀਂ ਪਤਾ। ਜਿਨ੍ਹਾਂ ਦੀ ਸੁਰਤ ਹੀ ਨਹੀਂ ਜੁੜੀ ਨਾਮ ਵਿੱਚ, ਉਹਨਾਂ ਨੂੰ ਕੀ ਸਮਝਣਾ ਹੈ। ਜਿਨ੍ਹਾਂ ਦੀ ਸ੍ਰੇਸ਼ਟ ਰਤੀ ਪ੍ਰੀਤੀ ਦੇ ਨਾਲ ਸੰਯੋਗ ਗੁਰਾਂ ਦੇ ਸ਼ਬਦ ਨਾਲ ਹੋਇਆ, ਉਹ ਬੁੱਝਦੇ ਹਨ। ਸੁਰਤ ਸ੍ਰੇਸ਼ਟ ਰਤ ਪ੍ਰੀਤੀ ਦੇ ਨਾਲ ਉਹ ਬੁੱਝਦੇ ਹਨ। ਸੁਰਤ ਗਿਆਤ ਆਤਮ ਗਿਆਤੀ ਗਿਆਤ ਕਰ ਜਿਨ੍ਹਾਂ ਦੇ ਅੰਦਰ ਹੈ, ਗਿਆਤ ਪਰਮੇਸ਼ਰ ਦੇ ਗਿਆਨ ਦੇ ਨਾਲ ਜਿਨ੍ਹਾਂ ਦੀ ਸੁਰਤ ਦਾ ਸੰਯੋਗ ਹੋਇਆ ਹੈ, ਉਹ ਸਾਧ ਸੰਗਤ ਜੀ ਸ੍ਰੇਸ਼ਟ ਪ੍ਰੀਤੀ ਕਰਕੇ ਸੁਰਤ ਗਿਆਨਵਾਨ ਬ੍ਰਹਮ ਸਰੂਪ ਦੇ ਸੰਯੋਗੀ ਹੋ ਕੇ ਸਮਝਦੇ ਹਨ। ਦੂਸਰਾ ਨਹੀਂ ਕੋਈ ਸਮਝ ਸਕਦਾ। ਸਾਗਰ ਮੇਰ ਉਦਿਆਨ ਬਨ। ਹੁਣ ਦੱਸਦੇ ਹਨ ਜੇ 7 ਸਮੁੰਦਰਾਂ ਨੂੰ ਵੀ ਲੰਘਣਾ ਹੋਵੇ, ਮੇਰ ਤੇ ਸਮੇਰ ਪਰਬਤ ਵੀ ਲੰਘ ਕੇ ਆਉਣਾ ਹੋਵੇ, ਉਦਿਆਨ ਬਨ। ਸਾਰਾ ਦੁਨੀਆ ਦਾ ਬੀਆਬਾਨ ਜਿਹਨੇ ਜੰਗਲ ਹੈ ਇਹ ਲੰਘਣਾ ਹੋਵੇ, ਜਿੰਨਾ ਬਣ ਬਿਰਸ਼ਾਂ ਦੇ ਬੜੇ ਭਾਰੀ ਬੜੇ ਬੜੇ ਜੰਗਲ ਹੈ ਉਹ ਲੰਘਣਾ ਹੋਵੇ, ਨਵ ਖੰਡ ਬਸਦਾ ਭਰਮ। ਅਤੇ 9 ਖੰਡ ਜੇ ਲੰਘਣੇ ਹੋਣ, ਸਾਰੀ ਧਰਤੀ 'ਚ ਭਰਮ ਵਿਚਰਨਾ ਹੋਵੇ। ਮੂਸਨ ਪ੍ਰੇਮ ਪੇਰਮ ਕੈ। ਭਾਈ ਮੂਸਨ ਜੀ ਨੂੰ ਕਹਿੰਦੇ ਨੇ ਗੁਰੂ ਅਰਜਨ ਸਾਹਿਬ ਜੀ, ਹੇ ਭਾਈ ਮੂਸਨ ਜੀ, ਵਾਹਿਗੁਰੂ ਦੇ ਪ੍ਰੇਮ ਪਰਮ ਪਿਆਰੇ ਦੇ ਪ੍ਰੇਮ ਵਿੱਚ ਗਨੋ ਏਕ ਕਰ ਕਰ। ਜਿਵੇਂ ਇੱਕ ਕਰਮ ਪਟਣੀ ਕੋਈ ਔਖੀ ਨਹੀਂ ਨਾ, ਕੋਲਾਂਘ ਭਰ ਕੇ ਅੱਗੇ ਲੰਘ ਜੀਦਾ ਹੈ, ਇੰਨਾ ਕੁਝ ਲੰਘਣਾ ਇੱਕ ਕਰਮ ਵਰਗਾ, ਥਕਾਵਟ ਨਹੀਂ। ਪ੍ਰੇਮ ਵਿੱਚ ਕੋਈ ਥਕਾਵਟ ਨਹੀਂ, ਪ੍ਰੇਮ ਵਿੱਚ ਕਿਸੇ ਪ੍ਰਕਾਰ ਦਾ
ਹੱਥ ਥੱਕਣਾ ਨਹੀਂ, ਹੰਬਣਾ ਨਹੀਂ ਹੈ। ਇੱਕ ਕਰਮ ਦੀ ਨਿਆਈਆਂ ਇੰਨਾ ਕੁਝ ਸਮੇਰ ਪਰਬਤ ਦਾ ਲੰਘਣਾ, ਸਾਰੇ ਸੰਸਾਰ ਦੇ ਉਜਾੜ ਦਾ ਲੰਘਣਾ, ਜੰਗਲਾਂ ਦਾ ਲੰਘਣਾ, ਸਮੁੰਦਰਾਂ ਦਾ ਲੰਘਣਾ, ਇੱਕ ਕਰਮ ਦੇ ਬਰਾਬਰ ਪ੍ਰੇਮੀਆਂ ਨੂੰ ਪ੍ਰਤੀਤ ਹੁੰਦਾ। ਇਹ ਥਕਾਵਟ ਨਹੀਂ ਉਹਨਾਂ ਨੂੰ ਕਦੇ ਹੁੰਦੀ। ਹਰ ਵਕਤ ਮਹਾਰਾਜ ਦੇ ਪ੍ਰੇਮ ਚ ਲੀਨ ਰਹਿੰਦੇ ਹਨ। ਜਿਹੜੇ ਮੂਸਨ ਮਸ ਕਰ ਪ੍ਰੇਮ ਕੀ। ਭਾਈ ਮੂਸਨ ਜੀ ਨੂੰ ਕਹਿੰਦੇ ਨੇ, ਹੇ ਸਤਿਗੁਰੂ ਜੀ, ਹੇ ਭਾਈ ਮੂਸਨ, ਮੂਸਨ ਮਸ ਕਰ ਪ੍ਰੇਮ ਕੀ। ਜਿਨ੍ਹਾਂ ਦੇ ਅੰਦਰ ਹੈ ਪ੍ਰੇਮ, ਪੜੋ ਸਾਰੇ, ਰਹੀ ਜੋ ਅੰਬਰ ਛਾਏ। ਹਿਰਦੇ ਰੂਪੀ ਅੰਬਰ ਆਕਾਸ਼ ਵਿੱਚ, ਜਿਹਦੇ ਅੰਦਰ ਅਵਿਦਿਆ ਰੂਪੀ ਕਾਈ ਸਾਧ ਸੰਗਤ ਜੀ ਮੈਲ ਛਾ ਰਹੀ ਹੈ ਹਿਰਦੇ ਰੂਪੀ ਅੰਬਰ ਆਕਾਸ਼ ਦੇ ਅੰਦਰ। ਅਤੇ ਉਸ ਹਿਰਦੇ ਰੂਪੀ ਆਕਾਸ਼ ਦੇ ਅੰਦਰ ਜਿਹੜੀ ਸਾਧ ਸੰਗਤ ਜੀ ਅਵਿਦਿਆ ਦੀ ਮੈਲ ਛੋਈ ਕਾਈ ਜਿਹੜੀ ਹੈ ਪਰਦਾ ਛਾ ਰਿਹਾ ਹੈ, ਉਸ ਦੇ ਤਾਈਂ ਮੇਟਣ ਵਾਸਤੇ ਮਸਕਰ ਪ੍ਰੇਮ ਕੀ, ਪ੍ਰੇਮ ਰੂਪੀ ਮਸਕੱਲਾ ਕਰਨਾ ਚਾਹੀਦਾ ਹੈ। ਜਿਵੇਂ ਮਸਕੱਲਾ ਸਿਕਲ ਕਰੀਦਾ ਕਿਸੇ ਦੇ ਤਾਈਂ, ਲੋਹੇ ਆਦਿਕਾਂ ਦੇ ਸ਼ਸਤਰਾਂ ਦੇ ਤਾਈਂ ਉਹ ਚਮਕਾ ਲਈਦਾ ਹੈ। ਇਸ ਪ੍ਰਕਾਰ ਪ੍ਰੇਮ ਦੇ ਮਸਕੱਲੇ ਨਾਲ ਆਪਣਾ ਅੰਤਾਕਰਨ ਜਿਹੜਾ ਅੰਬਰ ਆਕਾਸ਼ ਦੀ ਨਿਆਈ ਹੈ, ਉਹਦੇ ਚ ਵਿਦਿਆ ਦੀ ਮੈਲ ਛਾਈ ਹੋਈ ਹੈ, ਉਹਨੂੰ ਮੇਟਣ ਵਾਸਤੇ ਮਸਕੱਲਾ ਕਰਨਾ ਚਾਹੀਦਾ ਹੈ। ਦੂਸਰਾ ਮਸਕਰ ਦਾ ਅਰਥ ਕਰਦੇ ਹਨ ਮਸ ਸ਼ਾਹੀ, ਜਿਹਦੇ ਹੈ ਵਿੱਚ ਉਹ ਕੌਣ ਹੈ? ਚੰਦਰਮਾ। ਤੇ ਕਰ ਨਾਮ ਹੈ ਕਿਰਨਾ, ਕਿਰਨਾ ਵਾਲਾ ਜਿਹੜਾ ਚੰਦਰਮਾ ਹੈ। ਮੂਸਨ ਮਸਕਰ ਪ੍ਰੇਮ ਰੂਪੀ ਚੰਦਰਮਾ ਜਿਨ੍ਹਾਂ ਦੇ ਅੰਦਰ ਚੜਿਆ ਹੋਇਆ ਹੈ। ਰਹੀ ਜੋ ਅੰਬਰ ਛਾਏ। ਹਿਰਦੇ ਰੂਪੀ ਅੰਬਰ ਆਕਾਸ਼ ਚ ਪ੍ਰੇਮ ਰੂਪੀ ਚੰਦਰਮਾ ਦੀ ਚਾਨਣੀ ਜਿਨ੍ਹਾਂ ਦੇ ਛਾ ਰਹੀ ਹੈ, ਪੂਰ ਰਹੀ ਹੈ, ਉਹ ਧੰਨ ਪੁਰਖ ਹਨਗੇ। ਮੂਸਨ ਹੋਰ ਪੜੋ ਇਸ ਸਿੱਖ ਤੁਕ ਨੂੰ। ਮੂਸਨ ਮਸਕਰ ਪ੍ਰੇਮ ਕੀ। ਮੂਸਨ ਮਸਕਰ ਨਾਮ ਹੈ ਮੁਸ਼ਕ ਦਾ, ਖੁਸ਼ਬੂ ਦਾ, ਮਹਿਕ ਦਾ, ਜਿਨ੍ਹਾਂ ਨੂੰ ਪ੍ਰੇਮ ਦੀ ਮਹਿਕ ਕਹਿੰਦੇ ਹਨ ਸਤਿਗੁਰੂ ਜੀ ਛਾ ਰਹੀ ਹੈ ਹਿਰਦੇ ਰੂਪੀ ਅੰਬਰ ਦੇ ਆਕਾਸ਼ ਵਿੱਚ। ਰਹੀ ਜੋ ਅੰਬਰ ਛਾਏ। ਜਿਨ੍ਹਾਂ ਦੇ ਵਿੱਚ ਪ੍ਰੇਮ ਦੀ ਮਸ਼ਕਰ ਮਹਿਕ ਛਾ ਰਹੀ ਹੈ, ਫੈਲ ਰਹੀ ਹੈ, ਖੁਸ਼ਬੂ। ਬੀਦੇ ਬਾਂਧੇ ਕਮਲ ਮਹਿ। ਉਹ ਸਾਧ ਸੰਗਤ ਜਿਵੇਂ ਕਬਲਾਂ ਦੇ ਵਿੱਚ ਭਾਵੇਂ ਕੰਡਾ ਹੁੰਦਾ ਹੈ, ਮਾਲ ਕੇਤਕੀ ਦੇ ਫੁੱਲ ਵਿੱਚ ਉਹਦੇ ਚ ਭੌਰਾ ਬਿੰਨਿਆ ਜਾਂਦਾ ਹੈ ਤੇ ਪੱਤੀਆਂ ਵਿੱਚ ਵੱਜ ਜਾਂਦਾ, ਕੈਦੀ ਹੋ ਜਾਂਦਾ ਹੈ। ਭਵਰ ਰਹੇ ਲਪਟਾ। ਭੌਰੇ ਫੇਰ ਵੀ ਮਾਲ ਕੇਤਕੀ ਦੇ ਫੁੱਲ ਚ ਲਪਟੇ ਹੀ ਰਹਿੰਦੇ ਹੈ। ਇਸੇ ਪ੍ਰਕਾਰ ਮਹਾਰਾਜ ਜਿਹੜੇ ਪ੍ਰੇਮੀ ਹੈ ਚਰਨਾਂ ਕਮਲਾਂ ਦੇ, ਉਹ ਸਾਧ ਸੰਗਤ ਜੀ ਭਾਵੇਂ ਬੀਤੇ ਉਹਨਾਂ ਨੂੰ ਕੋਈ ਬਿੰਨ ਦੇਵੇ, ਕੋਈ ਅੰਗ ਉਹਨਾਂ ਦਾ ਛੇਦਨ ਕਰ ਦੇਵੇ ਅਤੇ ਚਾਹੇ ਬੰਨ ਲਵੇ, ਕੈਦੀ ਕਰ ਲਵੇ, ਉਹ ਸਾਧ ਸੰਗਤ ਜੀ ਭੌਰਾਂ ਦੀ ਨਿਆਈ ਗੁਰੂ ਸਾਹਿਬ ਦੇ ਚਰਨਾਂ 'ਚ ਹੀ ਮਿਲੇ ਰਹਿੰਦੇ ਹੈ। ਕਦੇ ਉਹਨਾਂ ਦਾ ਮਨ ਹੋਰ ਪਾਸੇ ਨਹੀਂ ਜਾਂਦਾ। ਕੈਦੀ ਹੋਏ ਵੀ, ਕੈਦਾਂ ਭੋਗਦੇ ਹੋਏ ਵੀ, ਅਤੇ ਉਹਨਾਂ ਦੇ ਸਰੀਰ ਕੱਟੇ ਜਾਂਦੇ ਹਨ ਅਤੇ ਫਿਰ ਵੀ ਸ਼ਹੀਦੀਆਂ ਜੈਤੋਂ ਜਾ ਕੇ ਵੇਖੋ ਸਤਿਗੁਰੂ ਗ੍ਰੰਥ ਸਾਹਿਬ ਦੇ ਨਾਲ ਕਿਵੇਂ ਹਜ਼ਾਰਾਂ ਸਿੰਘਾਂ ਨੇ ਗੋਲੀਆਂ ਦੇ ਨਿਸ਼ਾਨੇ ਬਣੇ ਸ਼ਹੀਦੀਆਂ ਪਾਈਆਂ। ਏਡੀ ਕੁਰਬਾਨੀ ਕਰਨੀ ਸਿੱਖਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤੋਂ ਨਿਸ਼ਚਾ ਰੱਖ ਕੇ। ਇਹ ਸਾਧ ਸੰਗਤ ਜੀ ਪ੍ਰੇਮ ਦੀ ਗੱਲ ਹੀ ਹੈ ਨਾ, ਬਿਨਾਂ ਪ੍ਰੇਮ ਤੋਂ ਕੋਈ ਕੁਰਬਾਨੀ ਕਰ ਸਕਦਾ ਹੈ? ਇਹ ਪ੍ਰੇਮ 'ਚ ਕਿਸੇ ਤਰ੍ਹਾਂ ਦੀ ਪ੍ਰਵਾਹ ਨਹੀਂ। ਉਹ ਬਿੰਨਿਆ ਜਾਵੇ ਕਿ ਸਰੀਰ ਉਹਨਾਂ ਦਾ ਭਾਵੇਂ, ਤੇ ਭਾਵੇਂ ਉਹਨਾਂ ਨੂੰ ਕੈਦੀ ਕੀਤਾ ਜਾਵੇ, ਫਿਰ ਵੀ ਮਹਾਰਾਜ ਦੇ ਪਿਆਰ 'ਚ ਲੀਨ ਰਹਿੰਦੇ ਹਨ। ਪ੍ਰੇਮ ਨਹੀਂ ਨਿਖੁੱਟਦਾ ਉਹਨਾਂ ਅੰਦਰੋਂ। ਭਾਈ ਮਨੀ ਸਿੰਘ ਦੇ ਅੰਗ ਅੰਗ ਕੱਟੇ ਗਏ, ਭਾਈ ਤਾਰੂ ਸਿੰਘ ਜੀ ਦਾ ਖੋਪੜਾ ਲਾਇਆ ਗਿਆ, 22 ਦਿਨ ਸਮਾਧੀ 'ਚ ਬੈਠੇ ਰਹੇ, ਤੇ ਬਾਬਾ ਮਤੀ ਦਾਸ ਜੀ ਦਾ ਆਰੇ ਨਾਲ ਸੀਰ ਚੀਰਿਆ ਗਿਆ, ਫਿਰ ਵੀ ਫਾੜਿਆਂ 'ਚ ਸ੍ਰੀ ਜਪੁ ਸਾਹਿਬ ਦਾ ਪਾਠ ਹੁੰਦਾ ਰਿਹਾ। ਇਸ ਪ੍ਰਕਾਰ ਬੀਦੇ ਬਾਂਧੇ ਕਮਲ ਮਹਿ। ਜੇ ਕੋਈ ਉਹਨਾਂ ਨੂੰ ਬਿੰਨ ਦੇਵੇ, ਸਰੀਰਾਂ ਦੇ ਅੰਗਾਂ ਨੂੰ ਛੇਦਨ ਕਰ ਦੇਵੇ ਜਾਂ ਬੰਨ ਲਵੇ, ਕੈਦੀ ਕਰ ਲਵੇ, ਭਵਰ ਰਹੇ ਲਪਟਾ। ਭੌਰਿਆਂ ਦੀ ਨਿਆਈ ਫੇਰ ਵੀ ਮਹਾਰਾਜ ਦੇ ਪ੍ਰੇਮ 'ਚ ਹੀ ਲਪਟੇ ਰਹਿੰਦੇ ਆ। ਕਦੇ ਉਹ ਦੁੱਖ ਨਹੀਂ ਮੰਨਦੇ ਹਨ ਮਹਾਰਾਜ ਦੇ ਪ੍ਰੇਮ ਵਿੱਚ। ਜਪ ਤਪ ਸੰਜਮ ਹਰਖ ਸੁਖ। ਹੇ ਪਿਆਰਿਓ, ਜਿਹੜਾ ਜਪ ਕਰਨਾ, ਬਾਣੀ ਕਰਕੇ ਕਿਸੇ ਦੇਵਤਾ ਦਾ ਮੰਤਰ ਦਾ ਜਾਪ ਕਰਨਾ ਹੈ ਅਤੇ ਤਪ ਕਰਨਾ ਸਰੀਰ ਕਰਕੇ, ਜੋ ਸਾਧਨ ਕਰਨਾ ਹੈ, ਧੂਣੀਆਂ ਤਾਉਣੀਆਂ, ਜਲ ਧਾਰਾ ਕਰਨੀ, ਆਦਿਕ ਵਰਖਾ ਆਦਿਕ ਸਹਾਰਨੀ, ਤਬ ਚਿੱਤ ਦੀ ਇਕਾਗਰਤਾ ਕਰਨ ਵਾਸਤੇ ਜਿਹੜੇ ਸਾਧਨ ਕਰਨੇ ਹਨ, ਸੰਜਮ ਇੰਦਰੀਆਂ ਦੇ ਦਮਨ ਕਰਨ ਦੇ ਜਿਹੜੇ ਸਾਧਨ ਹਨ, ਹਰਖ ਸੁਖ, ਅਤੇ ਪਦਾਰਥਾਂ ਦੀ ਪ੍ਰਾਪਤੀ ਕਰਕੇ ਜਿਹੜੀ ਖੁਸ਼ੀ ਹੋਣੀ ਹੈ,
ਤੇ ਜਿਹੜਾ ਸੁਖ ਪ੍ਰਾਪਤ ਹੋਣਾ ਰਾਜ ਦਰਬਾਰੋਂ। ਮਾਨ ਮਹਤ ਅਰ ਗਰਭ, ਜਿਹੜਾ ਮਾਨ ਕੋਈ ਮਰਾਤਵਾ ਮਿਲਣਾ ਹੈ, ਕਿਸੇ ਦਰਜੇ ਦੀ ਪ੍ਰਾਪਤੀ ਹੋਣੀ ਹੈ, ਮਹਤ ਵੱਡਾ ਮਰਾਤਵਾ ਪ੍ਰਾਪਤ ਹੋਣਾ, ਅਤੇ ਮਾਨ ਸਨਮਾਨ ਤੇ ਸਤਿਕਾਰ ਕਰਨਾ ਲੋਕਾਂ ਨੇ, ਮਹਤ ਵੱਡੇ ਮਰਾਤਵੇ ਵਾਲਾ ਹੋਣਾ, ਮਹਤ ਪੁਰਖ ਹੋ ਜਾਣਾ, ਵਜ਼ੀਰੀਆਂ ਆਦਿਕ ਮਿਲ ਜਾਣੀਆਂ, ਮਾਨ ਅਹਿਲਕਾਰ ਆਦਿਕ ਬਣ ਜਾਣਾ, ਅਰ ਗਰਭ ਤੇ ਗੌਰਵਤਾ ਪ੍ਰਾਪਤ ਹੋਣੀ, ਵਡਿਆਈ ਪ੍ਰਾਪਤ ਹੋਣੀ ਹੈ ਜਿਹੜੀ। ਮੂਸਨ ਨਿਮਖਕ ਪ੍ਰੇਮ ਪਾਰ, ਇਹ ਭਾਈ ਮੂਸਨ ਜੀ ਵਾਹਿਗੁਰੂ ਦੇ ਪ੍ਰੇਮ ਦੇ ਨਿਮਖ ਇੱਕ ਅੱਖ ਦੇ ਖੋਲਣ ਮੀਚਣ ਜਿੰਨਾ ਚਿਰ ਪ੍ਰੇਮ ਦੇ ਉੱਪਰ ਦੀ ਬਾਰ ਬਾਰ ਦਿਓ ਸਰ। ਇਹ ਸਾਰੇ ਦੁਨੀਆ ਦੇ ਜਪ ਤਪ ਦੇ ਜਿਹੜੇ ਫਲ ਹੈ, ਸੰਜਮ ਇੰਦਰੀਆਂ ਦੇ ਦਮਨ ਦੇ ਫਲ ਹੈ, ਜਿਹੜੇ ਖੁਸ਼ੀਆਂ ਦੇ ਸੁਖਾਂ ਦੇ ਮਰਾਤਬਿਆਂ ਦੇ ਸਤਿਕਾਰ ਦੇ ਗੌਰਵਤਾ ਦੇ ਜਿੰਨੇ ਫਲ ਹੈ ਸਾਰੇ ਕੁਰਬਾਨ ਕਰ ਦਈਏ। ਇੱਕ ਅੱਖ ਦੇ ਖੋਲਣ ਮੀਚਿੰਗਾਂ 'ਚ ਜੇ ਵਾਹਿਗੁਰੂ ਦਾ ਪ੍ਰੇਮ ਮਿਲ ਜੇ, ਇਹ ਸਭ ਕੁਝ ਕੁਰਬਾਨ ਕਰ ਦਈਏ। ਪ੍ਰੇਮ ਇਹਦੋਂ ਵੱਡੀ ਚੀਜ਼ ਹੈ, ਉਹ ਪ੍ਰਾਪਤ ਕਰ ਲਈਏ। ਮੂਸਨ ਮਰਮ ਨਾ ਜਾਣਈ, ਇਹ ਭਾਈ ਮੂਸਨ ਜੀ ਉਹ ਭੇਤ ਨਹੀਂ ਜਾਣਦੇ ਹਨ। ਮਰਤ ਹਿਰਤ ਸੰਸਾਰ, ਜਿਹੜੇ ਸਾਧ ਸੰਗਤ ਜੀ ਮਰਤ ਹਿਰਤ ਸੰਸਾਰ ਨੂੰ ਹੀ ਸੱਚਾ ਹਿਰਤ ਵੇਖਦੇ ਐ, ਉਹ ਮਰਦੇ ਹੀ ਰਹਿੰਦੇ ਹਨਗੇ। ਮਰਦਾ ਰਤ ਸੰਸਾਰ, ਸੰਸਾਰ 'ਚ ਪ੍ਰੀਤੀ ਕਰਨ ਵਾਲੇ ਮਰਦੇ ਹੀ ਵੇਖੀਦੇ ਐ, ਅਤੇ ਸੰਸਾਰ ਨੂੰ ਛੱਡ ਕੇ ਜਿਹੜੇ ਰੱਬ ਪ੍ਰੀਤੀ ਕਰਨ ਵਾਲੇ ਪਰਮੇਸ਼ਰ 'ਚ, ਉਹ ਮਰਤ ਪੁਰਖ ਉਹ ਜੰਮਣ ਮਰਨ 'ਚ ਨਹੀਂ ਵੇਖੀਦੇ, ਉਹ ਸੁਤੰਤਰ ਹਨਗੇ ਪੁਰਖ। ਅਤੇ ਮੂਸਨ ਮਰਮ ਨਾ ਜਾਣੇ, ਮੂਸਨ ਜੀ ਕਹਿੰਦੇ ਪ੍ਰੇਮ ਦੇ ਭੇਦ ਨੂੰ ਨਹੀਂ ਜਿਹੜੇ ਜਾਣਦੇ। ਮਰਤ ਹਿਰਤ ਸੰਸਾਰ, ਉਹ ਮਰਦੇ ਹੀ ਸੰਸਾਰੀ ਜੀਵ ਵੇਖੀਦੇ ਹਨ। ਮਰਦਾ ਰੱਬ ਸੰਸਾਰ, ਸੰਸਾਰ 'ਚ ਪ੍ਰੀਤੀ ਕਰਨ ਵਾਲੇ ਮਰਦੇ ਐ, ਪਾਠ ਮਰਤ ਹਿਰਤੀ ਕਰਨਾ। ਪ੍ਰੇਮ ਪਿਰਮ ਨਾ ਬੇਦਿਓ, ਜਿਹੜੇ ਪ੍ਰੇਮ ਪਿਆਰੇ ਦੇ ਪ੍ਰੇਮ ਵਿੱਚ ਜਿਨ੍ਹਾਂ ਦਾ ਮਨ ਬਿੰਨਿਆ ਨਹੀਂ ਮਿਲਿਆ ਨਹੀਂ ਹੈ, ਉਰਜਿਓ ਮਿਥ ਵਿਵਹਾਰ, ਉਹ ਤਾਂ ਮਿੱਠਿਆ ਝੂਠੀਆਂ ਵਿਹਾਰਾਂ ਦੇ ਵਿੱਚ ਹੀ ਪੂਰੇ ਕਰਨ 'ਚ ਉਲਝੇ ਰਹਿੰਦੇ, ਫਸੇ ਰਹਿੰਦੇ ਹਨ। ਕਬ ਦਬ ਜਬ ਜਾਰੀ, ਵਾਹਿਗੁਰੂ ਦੇ ਪਿਆਰੇ ਤਕਲੀਫ ਨਹੀਂ ਉਹ ਮੰਨਦੇ। ਜੇ ਉਹਨਾਂ ਦੇ ਘਰ ਨੂੰ ਕੋਈ ਸਾੜ ਦੇਵੇ, ਜੇ ਕੋਈ ਉਹਨਾਂ ਦੇ ਧਨ ਨੂੰ ਅੱਗ ਲਾ ਦੇਵੇ, ਸਾੜ ਦੇਵੇ, ਤਾਂ ਵੀ ਉਹ ਬੇਹਾਲ ਨਹੀਂ ਹੁੰਦੇ। ਕਹਿੰਦੇ ਘਰ ਫੇਰ ਵੀ ਛੱਡਣੇ ਐ, ਧਨ ਫੇਰ ਵੀ ਛੱਡਣਾ, ਕੋਈ ਪਰਵਾਹ ਨਹੀਂ ਸਮਝਦੇ ਉਹ। ਵਿਚਰਤ ਪ੍ਰੇਮ ਬਿਹਾਰ, ਪਰ ਜਦੋਂ ਵਾਹਿਗੁਰੂ ਦੇ ਪ੍ਰੇਮ ਵੱਲੋਂ ਵਿਛੋੜਾ ਪੈ ਜੇ, ਉਦੋਂ ਬਿਹਾਲ ਹੋ ਜਾਂਦੇ ਐ। ਘਰ ਸਾੜ ਦੇਵੇ, ਧਨ ਸਾੜ ਦੇਵੇ, ਤਾਂ ਵੀ ਦੁੱਖ ਨਹੀਂ ਮੰਨਦੇ। ਵਾਹਿਗੁਰੂ ਦੇ ਪ੍ਰੇਮ ਦੇ ਵਿਛੜਨੇ ਕਰਕੇ ਆਪਣੇ ਆਪ ਨੂੰ ਬਿਹਾਲ ਹੋਣਾ, ਬਿਸੁਰਤ ਹੋਣਾ ਮੰਨਦੇ ਹਨ। ਬਹੁਤ ਬੁਰਾ ਹਾਲ ਉਦੋਂ ਸਮਝਦੇ ਹਨ। ਮੂਸਨ ਤਬ ਹੀ ਮੂਸੀਐ, ਇਹ ਭਾਈ ਮੂਸਨ ਜੀ ਉਦੋਂ ਹੀ ਲੁੱਟੇ ਜਾਈਦਾ ਹੈ ਵਿਸਰਤ ਪੁਰਖ ਦਇਆ, ਜਦੋਂ ਦਿਆਲੂ ਅਕਾਲ ਪੁਰਖ ਭੁੱਲ ਜਾਂਦਾ ਹੈ ਹਿਰਦੇ ਵਿੱਚੋਂ। ਕਿਉਂ ਪ੍ਰੇਮ ਦੇ ਵਿਛੜਨੇ ਕਰਕੇ ਬੇਹਾਲ ਹੋ ਜਾਈਦਾ ਹੈ। ਜਾ ਕੋ ਪ੍ਰੇਮ ਸੁਆਉ ਹੈ, ਜਿਨ੍ਹਾਂ ਨੂੰ ਵਾਹਿਗੁਰੂ ਦੇ ਪ੍ਰੇਮ ਦਾ ਸਵਾਦ ਆਇਆ ਹੈ, ਜਿਨ੍ਹਾਂ ਨੂੰ ਪ੍ਰੇਮ ਦਾ ਸਵਾਬ ਪ੍ਰਯੋਜਨ ਪ੍ਰਾਪਤ ਹੋਇਆ, ਪਰਮ ਲਾਭ ਪ੍ਰਾਪਤ ਹੋਇਆ ਹੈ, ਚਰਨ ਚਿਤਵ ਮਨ ਮਾਰ, ਉਦੋਂ ਭਾਈ ਮਨ ਚ ਮਹਾਰਾਜ ਦੇ ਹਰ ਵਕਤ ਚਰਨਾਂ ਨੂੰ ਚਿਤਵਦੇ ਰਹਿੰਦੇ, ਅਧਿਸ਼ਟਾਨ ਸਰੂਪ ਨੂੰ। ਨਾਨਕ ਬਿਰਹੀ ਬ੍ਰਹਮ ਕੇ, ਸਤਿਗੁਰੂ ਜੀ ਕਹਿੰਦੇ ਤਾਂ ਪ੍ਰੇਮੀ ਹੈ ਬ੍ਰਹਮ ਅਕਾਲ ਪੁਰਖ ਦੇ। ਆਨ ਨਾ ਕਤ ਹੂੰ ਜਾ, ਉਹ ਭਾਈ ਹੋਰ ਕਿਸੇ ਜੂਨਾਂ ਚ ਨਹੀਂ ਜਾਣਗੇ। ਉਹ ਹੋਰ ਕੋਈ ਕੋ ਹੰਨੇ ਦੀ, ਕੋ ਬੰਨੇ ਦੀ, ਕੋ ਪਹਾੜਾਂ ਵਾਲੀ ਰੰਨੇ ਦੀ, ਢੋਲ ਢਮੱਕਾ ਸਿਰ ਕਰਦਾ, ਹੋਰ ਪਾਸੇ ਨਹੀਂ ਕਿਤੇ ਜਾਂਦੇ। ਵਾਹਿਗੁਰੂ ਦੇ ਚਰਨਾਂ 'ਚ ਲੀਨ ਰਹਿੰਦੇ ਹਨ। ਲੱਖ ਘਾਟੀ ਉੱਚੋਂ ਘਨੋ, ਦੇਖੋ ਤੁਸੀਂ ਜੀ ਲੱਖਾਂ ਘਾਟੀਆਂ ਪਹਾੜਾਂ ਦੀਆਂ ਉੱਚੀਆਂ ਘਣੀਆਂ ਦੇ ਉੱਪਰ, ਚੰਚਲ ਚੀਤ ਬਿਹਾਰ, ਭੌਰੇ ਨੂੰ ਕਿਤੇ ਸ਼ਾਂਤੀ ਨਹੀਂ ਆਉਂਦੀ, ਚੰਚਲ ਚਿੱਤ ਰਹਿੰਦਾ ਹੈ, ਬਹੁਤ ਬਿਹਾਲ ਹੋਇਆ ਰਹਿੰਦਾ ਹੈ। ਨਿਮਰਤ ਜਦੋਂ ਉਹਨਾਂ ਉੱਚੀਆਂ ਘਾਟੀਆਂ ਨੂੰ ਪਹਾੜੀਆਂ ਨੂੰ ਛੱਡ ਕੇ ਨੀਵੇਂ ਥਾਂ ਕੀ ਚਿੱਕੜ ਵਿੱਚ ਆਉਂਦਾ ਹੈ, ਬਾਹਲੀ ਨੀਵੀਂ ਕਰਕੇ ਸੁਰਤ ਨੂੰ ਕਰਨੀ ਕਮਲ ਜਮਾਲ, ਉਸ ਥਾਂ ਕਰਨੀ ਕਮਲ, ਉਹ ਕਰਨੀ ਨੀਵੇਂ ਹੋਣ ਦੀ ਕਰਦਾ ਜਦੋਂ, ਤੇ ਉਸ ਵੇਲੇ ਕਮਲ ਦੇ ਜਮਾਲ ਚਿਹਰੇ ਨੂੰ ਹੈ ਭਾਈ ਜਮਾਲ ਜੀ ਉਹ ਵੇਖਦਾ। ਕੌਲ ਦੇ ਚਿਹਰੇ ਨੂੰ ਵੇਖ ਕਰਕੇ ਹੈ ਭਾਈ ਜਮਾਲ ਉਹ ਨਿਹਾਲ ਹੋ ਜਾਂਦਾ ਹੈ। ਕਮਲ ਨੈਣ ਅੰਜਨ, ਇਸੇ ਪ੍ਰਕਾਰ ਲੱਖ ਘਾਟੀ ਉੱਚੋ ਘਨੋ, ਇਹ ਲੱਖਾਂ ਸਾਧ ਸੰਗਤ ਜੀ ਆਸਾ ਤ੍ਰਿਸ਼ਨਾ ਦੀਆਂ ਘਾਟੀਆਂ ਹਨ। ਘਣਾ ਹੰਕਾਰ ਕਰਕੇ ਸਵਰਗ ਆਦਿਕਾਂ 'ਚ ਕਈ ਆਦਮੀ ਉੱਚੇ ਸਵਰਗ ਦੇ ਪ੍ਰਾਪਤ, ਜਿਵੇਂ ਨੌਖ ਰਾਜਾ ਜਾ ਪ੍ਰਾਪਤ ਹੋਇਆ ਸੀ, ਇਹ ਉੱਚੀਆਂ ਘਾਟੀਆਂ ਜਾ ਚੜ੍ਹਦੇ ਹਨ। ਕੋਈ ਬਰਮ ਲੋਕ ਦੇ ਸੁਖਾਂ ਨੂੰ ਜਾ ਭੋਗਦੇ ਹਨ। ਚੰਚਲ ਚੀਤ ਬਿਹਾਰ, ਉਹਨਾਂ ਥਾਂ 'ਚ ਵੀ ਚੰਚਲ ਹੀ ਚਿੱਤ ਰਹਿੰਦਾ ਹੈ, ਅਤੇ ਬੇਹਾਲ
ਉਹਨਾਂ ਨੂੰ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ, ਬਿਹਾਲ ਹੀ ਰਹਿੰਦੇ, ਵਿਆਕੁਲ ਹੀ ਰਹਿੰਦੇ ਹਨ। ਨੀਚ ਕੀਚ ਨਿਮਰਤ ਘਾਨੀ। ਇਸੇ ਪ੍ਰਕਾਰ ਲੱਖ ਘਾਟੀ ਪੰਜਾਂ ਕੋਸਾਂ ਦੀਆਂ ਲੱਖਾਂ ਘਾਟੀਆਂ ਹਨ ਅਤੇ ਉੱਚਾ ਹੰਕਾਰ ਦੇ ਸਹਿਤ ਬ੍ਰਹਮਲੋਕ ਦੀ ਪ੍ਰਾਪਤੀ ਹੋਣੀ, ਸਵਰਗ ਦਾ ਰਾਜ ਪ੍ਰਾਪਤ ਹੋਣਾ ਘਣਾ ਜੀ ਪ੍ਰਾਪਤ ਹੋ ਜਾਵੇ। ਚੰਚਲ ਚੀਤ ਫਿਰ ਬਿਹਾਲ। ਵੀ ਜਿਗਿਆਸੂ ਦਾ ਚਿੱਤ ਚੰਚਲ ਰਹਿੰਦਾ ਹੈ, ਬੇਹਾਲ ਰਹਿੰਦਾ ਹੈ, ਉੱਥੇ ਸੁਖ ਨਹੀਂ ਉਹ ਸਮਝਦਾ, ਬਰਮਾ ਦੀ ਪਦਵੀ ਨੂੰ ਪਾ ਕੇ ਵੀ ਸੁਖ ਨਹੀਂ ਸਮਝਦਾ ਉਹ। ਨੀਚ ਬਰਮ ਲੋਕ ਲੋ ਭੋਗ ਜੇ ਕਾਗ ਵਿਸ਼ਟ ਸਮ ਤਿਆਗ। ਨੀਚ ਕੀਚ ਨਿਮਰਤ ਘਾਨੀ। ਉਦੋਂ ਸਾਧ ਸੰਗਤ ਜਿਵੇਂ ਨੀਵਾਂ ਜਿਹੜਾ ਚਿੱਕੜ ਹੈ ਉਹਦੇ ਚ ਬਾਹਲੀ ਨਿਮਰਤਾ ਧਾਰ ਕੇ ਆਉਂਦਾ ਘਣੀ। ਕਰਨੀ ਕਮਲ ਜਮਾਲ। ਫਿਰ ਇਸ ਕਰਨੀ ਕਰਕੇ ਕੌਲ ਦੇ ਦਰਸ਼ਨ ਕਰਦਾ, ਜਮਾਲ ਚਿਹਰੇ ਨੂੰ ਵੇਖਦਾ ਤੇ ਖੁਸ਼ ਹੋ ਜਾਂਦਾ ਭਾਈ ਜਮਾਲ ਜੀ। ਇਸੇ ਪ੍ਰਕਾਰ ਨਿਮਰਤਾ ਜਿਹੜੀ ਸਰੀਰ ਕਰਕੇ ਕਰਨੀ ਹੈ, ਤਦ ਇਸੇ ਪ੍ਰਕਾਰ ਕੀ ਚਿੱਕੜ ਧੂੜ ਸਾਰਿਆਂ ਦੀ ਬਣ ਜਾਣਾ ਮਨ ਕਰਕੇ। ਜਿਹੜਾ ਇਉਂ ਬਾਹਲੀ ਨਿਮਰਤਾ ਮਨ ਬਾਣੀ ਸਰੀਰ ਕਰਕੇ ਕਰਨੀ ਹੈ, ਨੀਵਾਂ ਹੋ ਕੇ ਸੰਗਤ ਵਿੱਚ ਜਿਹੜਾ ਆਉਣਾ ਹੈ। ਕਰਨੀ ਕਮਲ ਜਮਾਲ। ਉਹ ਸੰਤਾਂ ਦੇ ਹਿਰਦੇ 'ਚ ਬ੍ਰਹਮ ਦਾ ਜਿਹੜਾ ਗਿਆਨ ਹੈ ਕਵਲ ਖਿੜਿਆ ਹੋਇਆ ਹੈ, ਜਿਸ ਦੀਆਂ ਕਰਨਾ ਮੈਤਰੀ ਅਤੇ ਅਪੇਖਿਆ ਆਦਿਕ ਹੈਗੀਆਂ ਪੰਖੜੀਆਂ। ਇਸ ਕਰਨੀ ਦੇ ਕਰਨੇ ਕਰਕੇ ਕਮਲ ਰੂਪ ਜੋ ਬ੍ਰਹਮ ਹੈ, ਸਰੀਰ ਸਰੋਵਰ ਭੀਤਰੇ ਅੱਛਾ ਕਮਲ ਅਨੂਪ, ਪਰਮ ਜੋਤ ਪਰਖੋਤਮੋ ਜਾਂ ਕੇ ਰੇਖਨਾ ਰੂਪ। ਐਸੇ ਸਰੂਪ ਦੇ ਦਰਸ਼ਨ ਕਰਦਾ ਹੈ। ਫਿਰ ਜਮਾਲ ਚਿਹਰੇ ਨੂੰ ਉਸ ਰੂਪ ਨੂੰ ਵੇਖ ਕੇ ਭਾਈ ਜਮਾਲ ਜੀ ਕੌਲ ਵਾਂਗੂ ਖਿੜ ਜਾਂਦਾ ਹੈ। ਇਹ ਕਰਨੀ ਕਰਕੇ, ਨਿਮਰਤਾ ਦੀ ਕਰਨੀ ਕਰਕੇ ਉਹਦੇ ਦਰਸ਼ਨ ਹੁੰਦੇ ਐ, ਐਵੇਂ ਨਹੀਂ ਕਿਸੇ ਨੂੰ ਹੁੰਦੇ। ਹੰਕਾਰ ਕਰਕੇ ਬਰਮ ਲੋਕ ਜਾ ਰਹੇ, ਸਵਰਗ ਚਲੇ ਜਾਏ, ਫਿਰ ਵੀ ਇਹ ਦਾਤ ਨਹੀਂ ਪ੍ਰਾਪਤ ਹੁੰਦੀ। ਕਰਨੀ ਕਮਲ ਜਮਾਲ। ਜਿਨ੍ਹਾਂ ਨੇ ਕਰਨੀ ਕੀਤੀ ਹੈ ਗਰੀਬੀ ਵਾਲੀ, ਮਨ ਕਰਕੇ ਬਾਣੀ ਕਰਕੇ ਸਾਰਿਆਂ ਦੇ ਕੀ ਚਿੱਕੜ ਹੋਏ ਆ, ਗਰੀਬੀ ਧਾਰੀ ਹੈ, ਉਹਨਾਂ ਨੂੰ ਕਵਲ ਦੀ ਨਹੀਂ ਬ੍ਰਹਮ ਦਾ ਜਮਾਲ ਚਿਹਰੇ ਦਾ ਦਰਸ਼ਨ ਹੁੰਦਾ ਹੈ। ਇਹ ਭਾਈ ਜਮਾਲ ਜੀ ਉਹ ਨਿਹਾਲ ਹੋ ਜਾਂਦੇ ਹਨ। ਕਮਲ ਨੈਣ ਅੰਜਨ ਸਿਆਮ। ਇਹ ਗੁਰੂ ਅਰਜਨ ਸਾਹਿਬ ਦੇ ਸਰੂਪ ਨੂੰ ਭਗਤ ਕਹਿੰਦੇ, ਹੈ ਮਹਾਰਾਜ ਕੌਲ ਸਿੱਖਾਂ ਵਰਗੇ ਆਪਦੇ ਨੇਤਰ ਹਨਗੇ। ਅੰਜਨ ਸਿਆਮ, ਸਿਆਮ ਸੁਰਮੇ ਤੋਂ ਬਗੈਰ ਹੀ ਸੱਚੇ ਪਾਤਸ਼ਾਹ ਦੇ ਕਵਲ ਜਿਹੜੇ ਨੇਤਰ ਹਨ, ਸੁਰਮੇ ਤੋਂ ਬਗੈਰ ਸੱਚੇ ਪਾਤਸ਼ਾਹ ਕਾਲੇ ਸ਼ਾਮ ਹਨ, ਸੁਰਮੇ ਦੀ ਨਿਆਈ ਆਪਦੇ ਨੇਤਰ। ਚੰਦਰ ਬਦਨ ਚਿਤ ਚਾਰ। ਚੰਦਰਮਾ ਵਰਗਾ ਤੁਹਾਡਾ ਚਿਹਰਾ ਹੈ ਗੁਰੂ ਅਰਜਨ ਸਾਹਿਬ ਜੀ, ਸਾਰੇ ਚਿੱਤਾਂ ਨੂੰ ਤੁਸੀਂ ਚੁਰਾਈ ਜਾਂਦੇ ਹੋ ਸੱਚੇ ਪਾਤਸ਼ਾਹ। ਮੂਸਨ ਮਗਨ ਮਰਮ ਸਿਓ। ਮੂਸਨ ਜੀ ਕਹਿੰਦੇ ਮਹਾਰਾਜ ਮਸਤ ਹੋ ਗਏ ਆ ਤੁਹਾਡੇ ਭੇਤ ਨੂੰ ਜਾਣ ਕੇ। ਖੰਡ ਖੰਡ ਕਰ ਹਾਰ। ਹੁਣ ਜਿਹੜੀਆਂ ਹਾਰ ਆਦਿਕ ਜਿਹੜੇ ਪਾਉਣੇ ਹੈ, ਕਿਤੀ ਮੰਝ ਨਾ ਸਮਾਵੀ ਜੇ ਗੱਲ ਪਹਿਰਾਂ ਹਾਰ। ਹਾਰ ਨਹੀਂ ਗੱਲ ਚ ਸਮਾਉਂਦਾ, ਪੱਠੀ ਦੇ ਨਾਲ ਮਿਲਿਆ ਹੋਇਆ ਜਿਵੇਂ। ਇਸੇ ਪ੍ਰਕਾਰ ਖੰਡ ਖੰਡ ਕਰ ਹਾਰ। ਵੀ ਅੱਜ ਬੜਾ ਸੋਹਣਾ ਭੋਜਨ ਬਣਿਆ, ਅੱਜ ਬੜਾ ਸਲੂਣਾ ਭੋਜਨ ਹੈ, ਇਹ ਹਾਰ ਆਦਿਕਾਂ ਦੀ ਜਿਹੜੀਆਂ ਗੱਲਾਂ ਕਰਨੀਆਂ ਇਹ ਵੀ ਟੁਕੜੇ ਟੁਕੜੇ ਕਰਦੀਆਂ, ਉੱਥੇ ਖਾਣ ਪੀਣ ਦਾ ਵੀ ਚੇਤਾ ਨਹੀਂ ਰਹਿੰਦਾ। ਐਸੀ ਮਸਤੀ ਆਉਂਦੀ ਆਪਦੇ ਦਰਸ਼ਨ ਕਰਕੇ। ਹੇ ਕਬਲਵਤ ਸੱਚੇ ਪਾਤਸ਼ਾਹ ਨਿਰਲੇਪ, ਹੇ ਨੈਣ ਸਾਰਿਆਂ ਦੇ ਦ੍ਰਿਸ਼ਟਾ, ਹੇ ਅੰਜਨ ਮਾਇਆ ਸਬਲ, ਸ਼ਿਆਮ ਸੁੰਦਰ ਸਾਵਲ ਸੁੰਦਰ ਰੂਪ ਬਣਾਵੇ। ਹੇ ਸੱਚੇ ਪਾਤਸ਼ਾਹ ਸ਼ਿਆਮ ਅੰਜਨ ਚੰਦਰ ਬਦਨ ਚਿਤ ਚਾਰ। ਹੇ ਸੱਚੇ ਪਾਤਸ਼ਾਹ ਸ਼ਿਆਮ ਅੰਜਨ, ਅੰਜਨ ਸ਼ਿਆਮ, ਕਾਲੇ ਸੁਰਮੇ ਦੀ ਨਿਆਈ, ਨੀਲੇ ਬੱਦਲ ਦੀ ਘਟਾ ਦੀ ਨਿਆਈ, ਸੋਹਣਾ ਸਾਵਲ ਸੁੰਦਰ ਰੂਪ ਬਣਾਉਣ ਵਾਲੇ ਮਾਇਆ ਸਬਲ ਬ੍ਰਹਮ। ਚੰਦਰ ਬਦਨ ਚਿਤ ਚਾਰ। ਹੇ ਚੰਦਰਮਾ ਦੀ ਆਦਿਕਾਂ ਦੇ ਪ੍ਰਕਾਸ਼ਕ, ਹੇ ਸੱਚੇ ਪਾਤਸ਼ਾਹ ਬਦਨ ਸਾਰਿਆਂ ਦੇ ਮੁੱਖ ਰੂਪ, ਹੇ ਅੰਤਰਜਾਮੀ ਸੱਚੇ ਪਾਤਸ਼ਾਹ ਚਿੱਤਾਂ ਨੂੰ ਚਲਾਉਣ ਵਾਲੇ। ਮੂਸਨ ਮਗਨ ਹੇ ਮਰਮ। ਚੇਤਨ, ਹੇ ਚਾਰੂ ਸੁੰਦਰ ਸਰੂਪ। ਮੂਸਨ ਮਗਨ ਮਰਮ ਸਿਓ। ਮੂਸਨ ਭਗਤ ਜੀ ਕਹਿੰਦੇ ਮਸਤ ਹੋ ਗਏ ਸੱਚੇ ਪਾਤਸ਼ਾਹ ਆਪਦੇ ਪ੍ਰੇਮ ਚ। ਖੰਡ ਖੰਡ ਕਰ ਹਾਰ। ਹੁਣ ਮਹਾਰਾਜ ਜੀ ਟੁਕੜੇ ਟੁਕੜੇ ਦੇਹ ਮਾਨ ਦੇ ਕਰਕੇ, ਮੈਂ ਤਨ ਵੀ ਨਹੀਂ, ਮੈਂ ਦੇਹ ਵੀ ਨਹੀਂ, ਮੈਂ ਇੰਦਰੀਏ ਵੀ ਨਹੀਂ, ਮੈਂ ਪ੍ਰਾਣ ਵੀ ਨਹੀਂ, ਇਉਂ ਸਾਰੇ ਇਸ ਮਾਨ ਨੂੰ ਹਰ ਦਿੱਤਾ, ਅਸੀਂ ਮੇੜ ਦਿੱਤਾ ਹੈ। ਇਸ ਪ੍ਰਕਾਰ ਹਰੀ ਤੇਰੇ ਨਾਮ ਦਾ ਹਾਰ ਬਣ ਗਏ, ਅਸੀਂ ਤੇਰੇ ਕੰਠ ਦਾ, ਤੇਰੇ ਵਿੱਚ ਅਭੇਦ ਹੋ ਗਏ, ਅਸੀਂ ਆਪ ਨੇ ਕਿਰਪਾ ਕੀਤੀ ਹੈ। ਮਗਨ ਭਇਓ ਪ੍ਰੇਮ ਸਿਓ। ਮਸਤ ਹੋ ਗਏ ਹੇ ਪਿਆਰੇ ਤੇਰੇ ਪ੍ਰੇਮ ਦੇ ਵਿੱਚ। ਸੂਦ ਨਾ ਸਿਮਰਤ ਹੇ ਅੰਗ। ਸੱਚੇ ਪਾਤਸ਼ਾਹ ਸੁਧ ਨਹੀਂ ਰਹੀ ਸਿਮਰਦਿਆਂ ਨੂੰ, ਅੰਗਾਂ ਦਾ ਵੀ ਚੇਤਾ ਨਹੀਂ ਵੀ ਬਿੰਗੇ ਅੰਗ ਹੈ ਕਿ ਸਿੱਧੇ ਅੰਗ ਹੈ। ਹੁਣ ਅਸੀਂ ਚੰਗੀ ਤਰ੍ਹਾਂ ਆਕੜੇ ਬੈਠੇ ਆ ਕਿ ਢਿੱਲੇ ਹੋਏ ਬੈਠੇ ਆ,
ਇਹ ਚੇਤਾ ਨਹੀਂ ਰਹਿੰਦਾ। ਆਪਦਾ ਸਿਮਰਨ ਕਰਦਿਆਂ ਹੋਇਆ ਭਗਤਾਂ ਦੇ ਤਾਂ ਹੀ ਮਸਤ ਹੋਇਆਂ ਨੂੰ ਪ੍ਰਗਟ ਭਇਓ ਸਭ ਲੂ ਵੇਖ ਲੋ ਮਹਾਰਾਜ, ਸਾਰਿਆਂ ਲੋਕਾਂ 'ਚ ਪ੍ਰਗਟ ਹੋ ਗਿਆ ਹੈ। ਨਾਨਕ ਆਦਮ ਪਤੰਗ ਆਦਮ ਨੀਚ ਸੀ ਪਤੰਗਾ ਭਾਵੇਂ ਪਰਵਾਨਾ, ਦੀਵੇ ਦੇ ਉੱਤੇ ਕੁਰਬਾਨ ਹੋਣੇ ਕਰਕੇ ਇਹ ਟਿੱਡੀਆਂ ਤੇ ਮੱਕੜੀਆਂ ਨਹੀਂ ਸੜ ਸਕਦੀਆਂ, ਅਤੇ ਪਤੰਗਾ ਹੀ ਦੀਵਿਆਂ ਜਗਦਿਆਂ ਨੂੰ ਵੇਖ ਕੇ ਪਿੱਛੇ ਨਹੀਂ ਮੁੜਦਾ। ਕਿਉਂ ਸਾਧ ਸੰਗਤ ਜੀ, ਨੀਵੇਂ ਪਤੰਗਾ ਸੀ ਭਾਵੇਂ ਸਾਰੀ ਦੁਨੀਆ 'ਚ ਆਸ਼ਕਾਂ ਮਸ਼ੂਕਾਂ ਵਿੱਚ ਦ੍ਰਿਸ਼ਟਾਂਤ ਦੇਣ ਵਾਸਤੇ ਪ੍ਰਗਟ ਹੋ ਗਿਆ ਸਾਰਿਆਂ 'ਚ। ਇਵੇਂ ਭਾਈ ਪਤੰਗ ਜੀ ਤੁਸੀਂ ਭਾਵੇਂ ਆਦਮ ਨੀਵੇਂ ਸੀ, ਇਹਨ ਸ਼ੱਕ ਕੀਤੀ ਸੀ ਤੁਹਾਡੇ ਤੇ ਵੀ ਮੇਰੀਆਂ ਮੋਹਰਾਂ 800 ਰੱਖ ਲਈਆਂ ਸਿੱਖ ਨੇ, ਪਰ ਅੱਜ ਪ੍ਰੇਮ ਦੇ ਵਸੋਂ ਕਿਤੇ ਉਹ ਯਾਰ ਆ ਕੇ ਭੇਟਾਂ ਕਰਦੀਆਂ ਕਿ ਤੇਰੀ ਅਮਾਨਤ ਸੀ ਮੈਨੂੰ ਭੁੱਲ ਗਈ ਸੀ। ਤੂੰ ਨੀਵਾਂ ਸੀ ਭਾਈ ਪਤੰਗ ਭਾਵੇਂ ਇਹਨਾਂ ਦੀ ਨਿਗਾਹ 'ਚ, ਪਰ ਅੱਜ ਤੂੰ ਸਾਰਿਆਂ ਲੋਕਾਂ ਦੀ ਭਗਤੀ ਕਰਕੇ ਪ੍ਰਗਟ ਹੋ ਗਿਆ। ਐਸੀ ਦਾਤ ਤੈਨੂੰ ਪ੍ਰਾਪਤ ਹੋਈ ਹੈ। ਇਵੇਂ ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਆਦਮ ਨੀਚ ਹੈ, ਅਗਿਆਨੀ ਜੀਵ ਅਵਿਦਿਆ ਕਰਕੇ ਆਦਮ ਹੋ ਰਿਹਾ ਹੈ, ਇਹ ਪਤੰਗ ਸੂਰਜ ਵਾਂਗੂ ਸਾਰਿਆਂ ਲੋਕਾਂ 'ਚ ਪ੍ਰਗਟ ਹੋ ਗਿਆ। ਐਸੀ ਦਾਤ ਪ੍ਰਾਪਤ ਹੋਈ ਹੈ। ਇਹ 11 ਪੌੜੀਆਂ ਦੇ ਨਾਲ ਸਾਧ ਸੰਗਤ ਜੀ ਪ੍ਰੇਮ ਦਾ ਕਸਮ ਚਾਹਾਂ ਭਗਤਾਂ ਦੀ ਬਾਬਤ 'ਚ ਬੋਲੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਕਸਮ ਕੀਤਾ ਹੈ। ਇੱਥੇ ਬਾਣੀ ਸਮਾਪਤ ਹੋਈ ਹੈ। ਹੁਣ ਸੰਤ ਮਹਾਰਾਜ ਬਾਬਾ ਨੇਚਰ ਸਿੰਘ ਜੀ ਆਪ ਨੂੰ ਪਵਿੱਤਰ ਕੋ ਬਚਨ ਸੁਣਾਉਣਗੇ ਤੇ ਫਿਰ ਸੰਗਤਾਂ ਨੂੰ ਸੁਣ ਕੇ ਅਰਦਾਸੇ ਵਿੱਚ ਸ਼ਾਮਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਮਗਨ ਭਇਓ ਪ੍ਰੇਮ ਸਿਓ ਸੂਦ ਨਾ ਸਿਮਰਤ ਅੰਗ, ਪ੍ਰਗਟ ਭਇਓ ਸਭ ਲੋਇ ਮਹਿ ਨਾਨਕ ਆਦਮ ਪਤੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।